Welcome to Victor's Knowledge. This is Chinu Sharma, and if you're visiting my channel for the first time, please do subscribe to it. So अपना आज का ਜਿਹੜਾ ਲੈਕਚਰ ਹੈ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਜੋ ਵੀ ਸਟੂਡੈਂਟਸ ਕੋਆਪਰੇਟਿਵ ਬੈਂਕ ਦੀ ਤਿਆਰੀ ਕਰ ਰਹੇ ਨੇ ਆਪਾਂ ਨੂੰ ਪਤਾ ਹੈ ਕਿ ਐਗਜ਼ਾਮ ਦੇ ਐਡਮਿਟ ਕਾਰਡਸ ਆਊਟ ਹੋ ਚੁੱਕੇ ਨੇ ਤੇ ਇਹ ਆਉਣ ਵਾਲਾ ਸੋ ਇਹਦੇ ਲਈ ਇੱਕ ਟੌਪਿਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਜਿਹੜਾ ਐਗਜ਼ਾਮ ਤੋਂ ਪਹਿਲਾਂ ਤੁਸੀਂ 100% ਤਿਆਰ ਕਰਕੇ ਜਾਣਾ ਤੇ ਅੱਜ ਇਸ ਲੈਕਚਰ ਦੇ ਵਿੱਚ ਮੈਂ ਤੁਹਾਡੇ ਨਾਲ ਪਹਿਲਾਂ ਪੰਜਾਬ ਕੋਆਪਰੇਟਿਵ ਸੁਸਾਇਟੀਜ਼ ਐਕਟ 1961 ਦਾ ਜੋ ਇੰਪੋਰਟੈਂਟ ਐਕਟ ਹੈ ਲੈਜਿਸਲੇਸ਼ਨ ਹੈ ਇਹਦੇ ਕੁਝ ਇੰਪੋਰਟੈਂਟ ਪ੍ਰੋਵੀਜ਼ਨਸ ਐਗਜ਼ਾਮ ਪੁਆਇੰਟ ਆਫ View ਤੋਂ ਆਪਾਂ ਡਿਸਕਸ ਕਰਾਂਗੇ ਉਸ ਤੋਂ ਬਾਅਦ ਮੈਂ ਤੁਹਾਨੂੰ ਪੰਜਾਬ ਕੋਆਪਰੇਟਿਵ ਬੈਂਕ ਬਾਰੇ ਥੋੜੀ ਜਿਹੀ ਬਰੀਫ ਡੀਟੇਲਿੰਗ ਦੱਸੂਗੀ ਤੇ ਨਾਲ ਹੀ ਆਪਾਂ ਐਂਡ ਤੇ ਕੁਝ ਇੰਪੋਰਟੈਂਟ MCQs ਕਰਾਂਗੇ related to Punjab Cooperative Societies Act as well as India Level Cooperative Society Act. So let's get started. And before beginning, I want to share something with you guys. So since exam ਹੁਣ ਆਉਣ ਵਾਲਾ ਤੇ ਤੁਹਾਡੇ ਕੋਲ ਬਹੁਤ ਹੀ ਜ਼ਿਆਦਾ ਥੋੜਾ ਟਾਈਮ ਹੈ ਸੋ ਜੇ ਤੁਸੀਂ ਸ਼ਾਰਟ ਟਾਈਮ ਦੇ ਵਿੱਚ ਬੈਂਕਿੰਗ ਅਵੇਅਰਨੈਸ ਦੇ ਉੱਤੇ ਹੋਰ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਜਿਹੜੇ ਇਹ ਨੋਟਸ ਨੇ ਇਹ ਸਪੈਸ਼ਲੀ ਪੁਆਇੰਟਰ ਫਾਰਮ ਦੇ ਵਿੱਚ ਤਿਆਰ ਕੀਤੇ ਗਏ ਨੇ ਬਹੁਤ ਹੀ ਸਿੰਪਲ ਤੇ ਇੰਪੋਰਟੈਂਟ ਨੋਟਸ ਨੇ for the upcoming cooperative bank exam. So if you are interested to buy, these are for rupees 300 only ਤੇ ਇਹਦੇ ਵਿੱਚ 100 important MCQs ਵੀ ਐਡ ਨੇ ਤੇ ਨਾਲ ਹੀ ਜੇ ਤੁਸੀਂ ਇਹਨਾਂ ਨੋਟਸ ਨੂੰ ਬਾय ਕਰਨਾ ਹੈ then you can contact me on these given details. So now let's begin with our topic. ਸਭ ਤੋਂ ਪਹਿਲਾਂ ਆਪਣੇ ਲਈ ਜਿਹੜਾ ਕੋਆਪਰੇਟਿਵ ਬੈਂਕ ਹੈ ਚਾਹੇ ਕੋਆਪਰੇਟਿਵ ਸੁਸਾਇਟੀ ਹੈ ਇਹਦੇ ਲਈ ਜਿਹੜਾ ਕੋਆਪਰੇਸ਼ਨ ਵਰਡ ਹੈ ਇਹਦਾ ਮਤਲਬ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਜਿਹੜਾ ਵਰਡ ਕੋਆਪਰੇਸ਼ਨ ਹੈ ਇਹ ਲੈਟਿਨ ਵਰਡ ਕੋਆਪਰੇਰੀ ਤੋਂ ਲਿਆਂਦਾ ਗਿਆ ਸੋ ਪਹਿਲਾਂ ਤਾਂ ਤੁਸੀਂ ਇਹੀ ਕੁਐਸਚਨ ਤਿਆਰ ਕਰ ਲਓ ਵੀ ਜਿਹੜਾ ਕੋਆਪਰੇਸ਼ਨ ਹੈ ਇਹ ਕਿਹੜੀ ਲੈਂਗੁਏਜ ਦੇ ਵਰਡ ਤੋਂ ਆਇਆ ਹੈ ਸੋ ਇਹ ਲੈਟਿਨ ਭਾਸ਼ਾ ਦੇ ਵਰਡ ਕੋਆਪਰੇਰੀ ਤੋਂ ਆਇਆ ਹੈ ਤੇ ਇਹਦੇ ਵਿੱਚ ਕੋ ਦਾ ਮਤਲਬ ਹੈ ਵਿਦ ਤੇ ਨਾਲ ਆਪਰੇਰੀ ਦਾ ਮਤਲਬ ਹੈ ਕੰਮ ਸੋ ਕੋਆਪਰੇਸ਼ਨ ਵਰਡ ਦਾ ਸਿੰਪਲ ਭਾਸ਼ਾ ਦੇ ਵਿੱਚ ਮਤਲਬ ਹੈ ਇਕੱਠੇ ਹੋ ਕੇ ਕੰਮ ਕਰਨਾ working together with other ਸੋ ਇਹੀ ਏਮ ਆ ਚਾਹੇ ਕੋਈ ਕੋਆਪਰੇਟਿਵ ਬੈਂਕ ਹੈ ਕੋਆਪਰੇਟਿਵ ਸੁਸਾਇਟੀ ਆ ਉਹਦਾ ਮੇਨ ਏਮ ਇਹੀ ਹੁੰਦਾ ਵੀ ਆਪਾਂ ਨੇ ਇੱਕ ਪਾਰਟਿਕੂਲਰ ਲੋਕਾਂ ਦੇ ਲਈ ਕਿਵੇਂ ਇਕੱਠੇ ਹੋ ਕੇ ਉਹਨਾਂ ਦੀ ਹੈਲਪ ਕਰਨੀ ਹੈ ਉਹਨਾਂ ਦੇ ਲਈ ਕੰਮ ਕਰਨਾ ਹੈ then cooperative planning commission ਨੇ ਇੱਕ important definition ਦਿੱਤੀ ਹੈ cooperation ਦੀ so it is formation of an organization in which persons voluntarily associate together on the basis of equality and for promotion of economic interest ਸੋ ਕਹਿੰਦੇ ਇੱਕ ਦੂਜੇ ਦੀ ਆਰਥਿਕ ਇੰਟਰਸਟ ਨੂੰ ਪੂਰਾ ਕਰਨ ਦੇ ਲਈ ਪ੍ਰਮੋਟ ਕਰਨ ਦੇ ਲਈ ਜਾਂ ਇੱਕ ਦੂਜੇ ਦੇ ਨਾਲ ਬਰਾਬਰੀ ਬਣਾ ਕੇ ਰੱਖਣ ਦੇ ਲਈ ਜਿਹੜੇ ਵੀ ਲੋਕ ਆਪਣੀ ਮਰਜ਼ੀ ਦੇ ਨਾਲ ਅੱਗੇ ਆ ਕੇ ਇਕੱਠੇ ਹੁੰਦੇ ਨੇ ਇੱਕ ਦੂਜੇ ਦੀ ਮਦਦ ਕਰਦੇ ਨੇ ਸੋ ਉਸ ਇਕੱਠ ਨੂੰ ਆਪਾਂ ਕੋਆਪਰੇਸ਼ਨ ਦਾ ਨਾਮ ਦਿੰਦੇ ਹਾਂ ਤੇ ਜੇ ਆਪਾਂ ਹਿਸਟਰੀ ਦੀ ਗੱਲ ਕਰੀਏ ਤਾਂ 1844 ਤੋਂ ਆਪਾਂ ਇਹਦੀ ਹਿਸਟਰੀ ਦੇਖਦੇ ਹਾਂ ਜਦੋਂ ਪਹਿਲੀ ਵਾਰੀ ਰੌਚਡੇਲ ਪਾਇਨੀਅਰਸ ਨੇ ਕੋਆਪਰੇਟਿਵ ਸੁਸਾਇਟੀ ਇਸਟੈਬਲਿਸ਼ ਕੀਤੀ ਸੀ ਵੀਵਰਸ ਦੀ ਸੋ ਉਸ ਤੋਂ ਬਾਅਦ ਜਿਹੜਾ ਕੋਆਪਰੇਟਿਵ ਸੁਸਾਇਟੀ ਹੈ ਇਹ ਕਿਸੇ ਵੀ ਚਾਹੇ ਲੈਵਲ ਤੇ ਹੈ ਚਾਹੇ ਵਰਲਡ ਲੈਵਲ ਤੇ ਬਣ ਰਹੀ ਹੈ ਕਿਸੇ ਬੇਸਿਕ ਰੂਰਲ ਲੈਵਲ ਤੇ ਬਣ ਰਹੀ ਹੈ ਇਹਦਾ ਮੇਨ ਏਮ ਹੁੰਦਾ ਵੀ ਲੋਕਾਂ ਨੂੰ ਇਕੱਠੇ ਲੈ ਕੇ ਚੱਲਣਾ ਤੇ ਕੁਝ ਇੰਪੋਰਟੈਂਟ ਕਾਮਨ ਪ੍ਰਿੰਸੀਪਲਸ ਨੇ ਕਿਸੇ ਵੀ ਕੋਆਪਰੇਟਿਵ ਸੁਸਾਇਟੀ ਦੇ ਜਿਹਦੇ ਵਿੱਚ ਪਹਿਲੇ ਨੰਬਰ ਤੇ ਆਉਂਦਾ ਵੋਲੰਟਰੀ ਐਸੋਸੀਏਸ਼ਨ ਮਤਲਬ ਕੋਈ ਵੀ ਕੋਆਪਰੇਟਿਵ ਸੁਸਾਇਟੀ ਹੈ ਬੈਂਕ ਹੈ ਕੁਝ ਵੀ ਹੈ ਲੋਕ ਉੱਥੇ ਆਪਣੀ ਮਰਜ਼ੀ ਦੇ ਨਾਲ ਜੁੜਦੇ ਨੇ then democratic management self help mutual help open door policy publicity no profit motive ਇਹਦਾ ਮੇਨ ਮਤਲਬ ਹੁੰਦਾ ਮਕਸਦ ਹੈ ਕਿਸੇ ਵੀ ਕੋਆਪਰੇਸ਼ਨ ਦਾ ਕਿ ਆਪਾਂ ਨੇ ਲੋਕਾਂ ਦੇ ਲਈ ਕਿਵੇਂ ਉਹਨਾਂ ਦੀ ਇਕਨੋਮਿਕ ਇੰਟਰਸਟ ਨੂੰ ਫੁੱਲਫਿਲ ਕਰਨਾ ਉਹਨਾਂ ਦੀ ਆਰਥਿਕ ਮਦਦ ਕਿਵੇਂ ਕਰਨੀ ਹੈ ਉਹਨਾਂ ਨੂੰ ਇਕੁਐਲਿਟੀ ਦਾ ਦਰਜਾ ਕਿਵੇਂ ਦੇਣਾ ਸੋ ਪ੍ਰੋਫਿਟ ਮੋਟਿਵ ਇਹਦਾ ਏਮ ਨਹੀਂ ਹੁੰਦਾ ਇਹ ਆਪਾਂ ਨੇ ਯਾਦ ਰੱਖਣਾ ਬੇਸਿਕਲੀ ਇਹ ਸੋਸ਼ਲ ਵੈਲਫੇਅਰ ਇਕਨੋਮਿਕ ਵੈਲਫੇਅਰ ਇਹ ਸਾਰੇ ਮੁੱਦਿਆਂ ਦੇ ਲਈ ਬਣਾਈ ਜਾਂਦੀ ਹੈ ਨੈਕਸਟ ਹੈ ਹੁਣ ਲਾਅ ਆਪਾਂ ਨੇ ਮਤਲਬ ਦੇਖ ਲਿਆ ਬੇਸਿਕ ਇਹ ਦੇਖ ਲਿਆ ਵੀ ਲੈਟਿਨ ਟਰਮ ਤੋਂ ਕੋਆਪਰੇਸ਼ਨ ਵਰਡ ਆਇਆ ਹਿਸਟਰੀ ਦੇਖ ਲਈ ਹੁਣ ਆਪਾਂ ਦੇਖਾਂਗੇ ਵੀ ਕੋਆਪਰੇਟਿਵ ਆਰਗੇਨਾਈਜੇਸ਼ਨਸ ਨੂੰ ਲੈ ਕੇ ਸੁਸਾਇਟੀ ਨੂੰ ਲੈ ਕੇ ਲਾਅ ਕਦੋਂ ਪਾਸ ਹੋਇਆ ਸੋ ਜੇ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਪਹਿਲਾ ਜਿਹੜਾ ਲਾਅ ਆਇਆ ਸੀ ਉਹ ਆਇਆ ਸੀ 1904 ਵਿੱਚ
ਜਿੱਥੇ ਕ੍ਰੈਡਿਟ ਕੋਆਪਰੇਟਿਵ ਸੁਸਾਇਟੀ ਤਿਆਰ ਕੀਤੀਆਂ ਗਈਆਂ ਸੀ ਜਿਹੜੀਆਂ ਲੋਕਾਂ ਨੂੰ ਪੈਸਾ ਦਿੰਦੀਆਂ ਸੀ, ਲੋਨ ਦਿੰਦੀਆਂ ਸੀ। ਪਰ ਜੇ ਆਪਾਂ ਇੱਕ ਪ੍ਰੋਪਰ ਕੋਆਪਰੇਟਿਵ ਸੁਸਾਇਟੀ ਐਕਟ ਦੀ ਗੱਲ ਕਰੀਏ ਤਾਂ ਉਹ ਐਕਟ ਆਇਆ ਸੀ 1912 ਦੇ ਵਿੱਚ। ਉਸ ਤੋਂ ਬਾਅਦ ਜਿਹੜਾ ਆਪਣਾ ਮੌਂਟੇਗ ਚੈਮਸਫੋਰਡ ਰਿਫਾਰਮ ਜਾਂ ਜਿਹਨੂੰ ਆਪਾਂ ਗਵਰਨਮੈਂਟ ਆਫ ਇੰਡੀਆ ਐਕਟ 1919 ਦਾ ਨਾਮ ਦਿੰਦੇ ਹਾਂ, ਸੋ ਇਹਦੇ ਵਿੱਚ ਕੁਝ ਇੰਪੋਰਟੈਂਟ ਚੇਂਜਸ ਲੈ ਕੇ ਆਏ ਸੀ ਕੋਆਪਰੇਟਿਵ ਐਕਟੀਵਿਟੀਜ਼ ਨੂੰ ਲੈ ਕੇ। ਸੋ ਜੋ ਵੀ ਕੋਆਪਰੇਟਿਵ ਐਕਟੀਵਿਟੀ ਸੀ ਉਹਨਾਂ ਦਾ ਪੂਰਾ ਕੰਮ ਕੰਟਰੋਲ ਪ੍ਰੋਵਿੰਸ਼ੀਅਲ ਗਵਰਨਮੈਂਟ ਨੂੰ ਦਿੱਤਾ ਸੀ। ਜੋ ਵੀ ਛੋਟੇ ਲੈਵਲ ਦੀਆਂ ਸਟੇਟ ਦੀਆਂ ਸਰਕਾਰਾਂ ਸੀ ਉਹਨਾਂ ਨੂੰ ਇਹ ਕੰਮ ਦਿੱਤਾ ਸੀ ਕੋਆਪਰੇਟਿਵ ਸੁਸਾਇਟੀਜ਼ ਦਾ ਦੇਖਭਾਲ ਦਾ। ਸੋ ਪ੍ਰੋਵਿੰਸ਼ੀਅਲ ਕੋਆਪਰੇਟਿਵ ਸੁਸਾਇਟੀ ਐਕਟ ਇਹ ਪਹਿਲਾਂ 1925 ਵਿੱਚ ਪਾਸ ਕੀਤਾ ਗਿਆ ਸੀ ਬੰਬੇ ਪ੍ਰੈਜ਼ੀਡੈਂਸੀ ਵਿੱਚ। ਉਸ ਤੋਂ ਬਾਅਦ ਮਦਰਾਸ ਆਇਆ, ਬਿਹਾਰ ਆਇਆ, ਫਿਰ ਬਾਕੀ ਹੋਰ ਜਗ੍ਹਾ ਤੇ ਇਹ ਡਿਵੈਲਪ ਹੁੰਦਾ ਗਿਆ। ਸੋ ਤੁਸੀਂ ਉਰੇ ਤਿੰਨ ਇੰਪੋਰਟੈਂਟ ਸਾਲ ਯਾਦ ਰੱਖਣੇ ਨੇ, ਪਹਿਲਾ 1904, ਫਿਰ 1912, 1925। ਸੋ ਜਿਹੜੇ ਇਹ ਸਾਲ ਨੇ ਇਹ ਇੰਡੀਆ ਲੈਵਲ ਤੇ ਕੋਆਪਰੇਟਿਵ ਲੈਜਿਸਲੇਸ਼ਨ ਦੀ ਗੱਲ ਕਰਦੇ ਨੇ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਹੁਣ ਕਿਸੇ ਵੀ ਸਟੇਟ ਦੇ ਵਿੱਚ ਜੇ ਆਪਾਂ ਗੱਲ ਕਰੀਏ ਇੰਡੀਆ ਦੇ ਵਿੱਚ, ਕਿਉਂਕਿ ਜਿਹੜੀ ਕੋਆਪਰੇਟਿਵ ਮੈਨੇਜਮੈਂਟ ਆ ਉਹ ਸਟੇਟ ਲੈਵਲ ਤੇ ਹੁੰਦੀ ਆ। ਸੋ ਜੇ ਆਪਾਂ ਗੱਲ ਕਰੀਏ ਤਾਂ ਸਟੇਟ ਦੇ ਵਿੱਚ ਜਿਹੜੇ ਕੋਆਪਰੇਟਿਵ ਸੁਸਾਇਟੀਜ਼ ਨੇ ਉਹਨਾਂ ਦਾ ਕਿਵੇਂ ਕੰਟਰੋਲ ਹੁੰਦਾ। ਸੋ ਤੁਸੀਂ ਦੇਖ ਸਕਦੇ ਹੋ ਇਸ ਪਿਰਾਮਿਡ ਦੀ ਫਾਰਮ ਦੇ ਵਿੱਚ ਕੰਟਰੋਲ ਹੁੰਦਾ। ਟੌਪ ਤੇ ਹੈ ਏਪੈਕਸ ਸੁਸਾਇਟੀ, ਫਿਰ ਆਉਂਦੀਆਂ ਨੇ ਸੈਂਟਰਲ, ਫਿਰ ਨੀਚੇ ਆਉਂਦੀਆਂ ਨੇ ਪ੍ਰਾਇਮਰੀ। ਜਿਹੜੀਆਂ ਏਪੈਕਸ ਸੁਸਾਇਟੀ ਨੇ ਇਹਨਾਂ ਦੀ ਹੈਡ ਹੁੰਦੀ ਹੈ ਸਟੇਟ, ਇਹ ਸਟੇਟ ਲੈਵਲ ਤੇ ਨੇ। ਜਿਹੜੀਆਂ ਸੈਂਟਰਲ ਨੇ ਇਹ ਆ ਜਾਂਦੀਆਂ ਨੇ ਡਿਸਟ੍ਰਿਕਟ ਲੈਵਲ ਦੀਆਂ, ਤੇ ਪ੍ਰਾਇਮਰੀ ਆਉਂਦੀਆਂ ਨੇ ਜਿਹੜੀਆਂ ਵਿਲੇਜ ਲੈਵਲ ਦੀਆਂ ਸੁਸਾਇਟੀਜ਼ ਨੇ। ਸੋ ਇਹ ਤੁਸੀਂ ਐਗਜ਼ਾਮ ਦੇ ਲਈ ਯਾਦ ਰੱਖਣਾ ਵੀ ਕੋਆਪਰੇਟਿਵ ਸੁਸਾਇਟੀ ਨੂੰ ਲੈ ਕੇ, ਕੋਆਪਰੇਟਿਵ ਸਟਰਕਚਰ ਨੂੰ ਲੈ ਕੇ ਏਪੈਕਸ ਮਤਲਬ ਟੌਪ ਦੇ ਉੱਤੇ ਕੌਣ ਆਉਂਦਾ, ਸਟੇਟ ਆਉਂਦੀ ਹੈ। ਸੋ ਆਪਾਂ ਨੇ ਹੁਣ ਇੰਡੀਆ ਲੈਵਲ ਦੇ ਲਾਅ ਦੇਖ ਲਏ, ਹਿਸਟਰੀ ਦੇਖ ਲਈ, ਮੀਨਿੰਗ ਦੇਖ ਲਿਆ, ਸਟਰਕਚਰ ਦੇਖਿਆ। ਹੁਣ ਵਾਰੀ ਆਉਂਦੀ ਆ ਸਿੰਸ ਇਹ ਪੰਜਾਬ ਦਾ ਐਗਜ਼ਾਮ ਆ, ਸੋ ਪੰਜਾਬ ਕੋਆਪਰੇਟਿਵ ਸੁਸਾਇਟੀ ਐਕਟ 1961 ਇਹਦੀ ਪੂਰੀ ਡੀਟੇਲਿੰਗ ਜਾਣਨੀ ਆਪਣੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਸਭ ਤੋਂ ਪਹਿਲਾਂ ਤਾਂ ਤੁਸੀਂ ਐਗਜ਼ਾਮ ਦੇ ਲਈ ਇਹਦਾ ਸਾਲ ਰੱਟ ਕੇ ਜਾਣਾ ਵੀ ਇਹ ਐਕਟ ਆਇਆ ਸੀ 1961 ਵਿੱਚ, ਤੇ ਥੋੜੇ ਸਾਲਾਂ ਬਾਅਦ 1963 ਵਿੱਚ ਹੀ ਇਸੇ ਐਕਟ ਨੂੰ ਲੈ ਕੇ ਕੁਝ ਇੰਪੋਰਟੈਂਟ ਰੂਲਸ ਆਏ ਸੀ। ਤੇ ਇਹਦਾ ਸਟਰਕਚਰ ਜੇ ਆਪਾਂ ਦੇਖੀਏ ਤਾਂ ਕੁੱਲ ਇਸ ਐਕਟ ਦੇ ਅੰਦਰ 12 ਚੈਪਟਰ ਨੇ, 86 ਸੈਕਸ਼ਨਸ ਨੇ। ਸੋ ਇਹ ਤੁਸੀਂ ਯਾਦ ਰੱਖਣਾ ਵੀ ਟੋਟਲ ਚੈਪਟਰਸ, ਟੋਟਲ ਸੈਕਸ਼ਨ। ਤੇ ਦੋ ਇੰਪੋਰਟੈਂਟ ਮੇਜਰ ਵੱਡੀਆਂ ਅਮੈਂਡਮੈਂਟ ਕੀਤੀਆਂ ਗਈਆਂ ਸੀ। ਇੱਕ ਕੀਤੀ ਗਈ ਸੀ 1993, ਦੂਜੀ 2004 ਵਿੱਚ। ਤੇ ਇਸ ਐਕਟ ਨੂੰ ਪ੍ਰੈਜ਼ੀਡੈਂਟ ਦੀ, ਰਾਸ਼ਟਰਪਤੀ ਦੀ ਅਸੈਂਟ ਕਦੋਂ ਮਿਲੀ ਸੀ ਵੀ ਇਹਨੂੰ ਹੁਣ ਆਪਾਂ ਪਾਸ ਕਰ ਸਕਦੇ ਹਾਂ, ਉਹ ਮਿਲੀ ਸੀ 22 ਜੂਨ 1961 ਨੂੰ। ਤੇ ਇਹਨੂੰ ਆਫੀਸ਼ੀਅਲੀ ਪਬਲਿਸ਼ ਕਦੋਂ ਕੀਤਾ ਗਿਆ ਸੀ ਆਫੀਸ਼ੀਅਲ ਗੈਜਟ ਦੇ ਵਿੱਚ, ਜਿਸ ਦਿਨ ਤੋਂ ਇਹ ਇਨਫੋਰਸ ਹੋ ਗਿਆ, ਸੋ ਉਹ ਸੀ ਡੇਟ 8 ਜੁਲਾਈ 1961। ਸੋ ਇਹ ਦੋ ਡੇਟਸ ਵੀ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ ਨੇ। ਫਿਰ ਆਉਂਦਾ ਪ੍ਰੀਐਂਬਲ, ਜਿੱਥੇ ਇਸ ਐਕਟ ਦਾ ਮੇਨ ਮਕਸਦ, ਏਮ, ਆਬਜੈਕਟਿਵ ਦੱਸਿਆ ਹੋਇਆ। ਸੋ ਕਹਿੰਦੇ ਪੰਜਾਬ ਸਟੇਟ ਦੇ ਵਿੱਚ ਜੋ ਵੀ ਕੋਆਪਰੇਟਿਵ ਸੁਸਾਇਟੀਜ਼ ਬਣਾਈਆਂ ਹੋਈਆਂ ਨੇ ਉਹਨਾਂ ਦੇ ਲਈ ਇੱਕ ਪ੍ਰੋਪਰ ਆਪਾਂ ਨੂੰ ਲਾਅ ਚਾਹੀਦਾ, ਤੇ ਉਸ ਲਾਅ ਨੂੰ ਸਟਰੋਂਗ ਕਰਨ ਦੇ ਲਈ ਇਸ ਐਕਟ ਨੂੰ ਲਿਆਂਦਾ ਗਿਆ। ਸੋ ਕੁਝ ਇੰਪੋਰਟੈਂਟ ਆਬਜੈਕਟਿਵ ਤੇ ਰੀਜ਼ਨਸ ਨੇ। ਕਹਿੰਦੇ ਜਿਹੜੀ ਕੋਆਪਰੇਟਿਵ ਮੂਵਮੈਂਟ ਹੈ ਪੂਰੇ ਪੰਜਾਬ, ਪੂਰੀ ਕੰਟਰੀ ਵਿੱਚ ਚੱਲ ਰਹੀ ਸੀ, ਉਹਦੇ ਵਿੱਚ ਕੁਝ ਡਿਵੈਲਪਮੈਂਟ 'ਚ ਕਮੀ ਆ ਰਹੀ ਸੀ, ਪ੍ਰੋਪਰ ਰੈਗੂਲੇਟ ਨਹੀਂ ਸੀ ਹੋ ਪਾ ਰਹੀ, ਕੋਈ ਅਥਾਰਟੀ ਨਹੀਂ ਸੀ। ਸੋ ਇਹ ਸਾਰੀਆਂ ਚੀਜ਼ਾਂ ਜੋ ਵੀ ਪ੍ਰੋਬਲਮਸ ਆ ਰਹੀਆਂ ਸੀ ਕੋਆਪਰੇਟਿਵ ਮੂਵਮੈਂਟ ਦੀ ਡਿਵੈਲਪਮੈਂਟ ਨੂੰ ਲੈ ਕੇ, ਉਹਨਾਂ ਪ੍ਰੋਬਲਮਸ ਨੂੰ ਦੂਰ ਕਰਨ ਦੇ ਲਈ ਇਸ ਐਕਟ ਨੂੰ ਲਿਆਂਦਾ ਗਿਆ। ਤੇ ਜਿਹੜੀ ਦੀ ਅਪਰੋਚ ਹੈ ਉਹ ਬਹੁਤ ਸਿੰਪਲ ਰੱਖੀ ਹੈ ਵੀ ਇੱਕ ਆਮ ਇਨਸਾਨ ਵੀ ਇਸ ਐਕਟ ਨੂੰ ਆਸਾਨੀ ਨਾਲ ਸਮਝ ਸਕੇ। ਉਸ ਤੋਂ ਬਾਅਦ ਇਹਦੇ ਵਿੱਚ ਬਹੁਤ ਸਾਰੀਆਂ ਨਵੀਆਂ ਚੇਂਜਸ ਲੈ ਕੇ ਆਂਦੀਆਂ ਗਈਆਂ ਨੇ। ਸੋ ਇਹਦੇ ਵਿੱਚ ਹੁਣ ਸਪੈਸ਼ਲੀ ਦੱਸਿਆ ਗਿਆ ਵੀ ਕਿਹੜੀਆਂ ਕਮੇਟੀਜ਼ ਹੋਣਗੀਆਂ, ਜਿਹੜੇ ਕੋਆਪਰੇਟਿਵ ਸੁਸਾਇਟੀ ਦੇ ਮੈਂਬਰ ਨੇ ਉਹਨਾਂ ਦੀ ਕਿੰਨੀ ਪ੍ਰਾਪਰਟੀ ਵਿੱਚ ਹੋਊਗੀ, ਕਿੰਨੀ ਲਾਇਬਿਲਿਟੀ ਬਣਦੀ ਹੈ, ਉਹ ਪ੍ਰੋਫਿਟਸ ਨੂੰ ਕਿਸ ਤਰ੍ਹਾਂ ਇਸਤੇਮਾਲ ਕਰ ਸਕਦੇ ਨੇ, ਸੁਸਾਇਟੀ ਦੀ ਪੂਰੀ ਮੈਨੇਜਮੈਂਟ ਕਿਵੇਂ ਹੋ। ਸੋ ਹਰ ਤਰ੍ਹਾਂ ਦੀ ਛੋਟੀ ਤੋਂ ਛੋਟੀ ਚੀਜ਼ ਨੂੰ ਲੈ ਕੇ ਇਸ ਐਕਟ ਦੇ ਅੰਦਰ ਪ੍ਰੋਪਰ ਪ੍ਰੋਵੀਜ਼ਨਸ ਲਾਅ ਦੱਸੇ ਹੋਏ ਨੇ। ਤੇ ਇੱਕ ਹੋਰ ਇੰਪੋਰਟੈਂਟ ਚੀਜ਼ ਹੈ ਜੂਰਿਸਡਿਕਸ਼ਨ। ਜੂਰਿਸਡਿਕਸ਼ਨ ਦਾ ਮਤਲਬ ਹੁੰਦਾ ਹੈ ਵੀ ਇਹ ਐਕਟ ਕਿੱਥੇ ਅਪਲਾਈ ਹੁੰਦਾ।
ਸੋ ਇਹ ਐਕਟ ਪੂਰੀ ਪੰਜਾਬ ਸਟੇਟ ਦੇ ਵਿੱਚ ਅਪਲਾਈ ਹੁੰਦਾ, ਕੋਈ ਵੀ ਇਹਦੇ ਚ ਐਗਜ਼ੈਂਪਸ਼ਨ ਨਹੀਂ ਹੈ। ਤੇ ਫਿਰ ਆਉਂਦਾ ਸੈਕਸ਼ਨ 2। ਇਹ ਤੁਸੀਂ ਐਗਜ਼ਾਮ ਦੇ ਲਈ ਯਾਦ ਰੱਖਣਾ। ਵੈਸੇ ਜੋ ਵੀ ਇੰਪੋਰਟੈਂਟ ਚੀਜ਼ਾਂ ਤੁਸੀਂ ਐਗਜ਼ਾਮ ਦੇ ਲਈ ਯਾਦ ਰੱਖਣੀਆਂ ਨੇ, ਮੈਂ ਉਹਨਾਂ ਨੂੰ ਸਪੈਸੀਫਿਕਲੀ ਅਲੱਗ ਤੋਂ ਹਾਈਲਾਈਟ ਕੀਤਾ। ਸੋ ਸੈਕਸ਼ਨ 2 ਦੇ ਵਿੱਚ ਡੈਫੀਨੇਸ਼ਨ ਦੱਸੀਆਂ ਹੋਈਆਂ ਨੇ, ਤੇ ਇਹ ਦੱਸੀਆਂ ਹੋਈਆਂ ਨੇ A ਤੋਂ ਲੈ ਕੇ L ਤੱਕ। ਤੇ ਸਭ ਤੋਂ ਇੰਪੋਰਟੈਂਟ ਡੈਫੀਨੇਸ਼ਨ ਜਿਹੜੀ ਐਗਜ਼ਾਮ ਦੇ ਲਈ ਜ਼ਰੂਰੀ ਹੈ, ਜਿਹਦਾ ਨੰਬਰ ਵੀ ਤੁਸੀਂ ਯਾਦ ਰੱਖਣਾ ਵੀ 2C ਦੇ ਵਿੱਚ ਹੈ, ਉਹ ਹੈ ਕੋਆਪਰੇਟਿਵ ਸੁਸਾਇਟੀ ਦੀ ਡੈਫੀਨੇਸ਼ਨ। ਸੋ ਕੋਆਪਰੇਟਿਵ ਸੁਸਾਇਟੀ ਦੀ ਡੈਫੀਨੇਸ਼ਨ ਹੈ ਵੀ ਕੋਈ ਵੀ ਇਹੋ ਜਿਹੀ ਸੁਸਾਇਟੀ ਜਿਹੜੀ ਇਸ ਐਕਟ ਦੇ ਅੰਦਰ ਰਜਿਸਟਰਡ ਹੈ, ਸੋ ਉਹਨੂੰ ਕੋਆਪਰੇਟਿਵ ਸੁਸਾਇਟੀ ਦਾ ਨਾਮ ਦੇਤਾ। ਤੁਸੀਂ ਯਾਦ ਰੱਖਣਾ C ਫॉर ਕੋਆਪਰੇਟਿਵ ਐਂਡ 2C ਹੀ ਇਹਦੀ ਡੈਫੀਨੇਸ਼ਨ ਹੈ। ਸੋ ਹੁਣ ਦੂਜਾ ਚੈਪਟਰ ਆ ਗਿਆ। ਪਹਿਲੇ ਚੈਪਟਰ ਦੇ ਵਿੱਚ ਤਾਂ ਪ੍ਰੀਲਿਮਿਨਰੀ ਆਪਣੇ ਕੋਲ ਕਿੱਥੇ ਇਹ ਲਾਗੂ ਹੁੰਦਾ ਹੈ ਪੂਰੀ ਪੰਜਾਬ ਦੀ ਸਟੇਟ ਵਿੱਚ, ਡੈਫੀਨੇਸ਼ਨ ਉਹ ਚੀਜ਼ਾਂ ਆ ਗਈਆਂ। ਹੁਣ ਆਪਾਂ ਦੂਜੇ ਚੈਪਟਰ ਤੋਂ ਸ਼ੁਰੂ ਕਰਾਂਗੇ ਤੇ ਐਗਜ਼ਾਮ ਦੇ ਲਈ ਜੋ ਵੀ ਸੈਕਸ਼ਨ ਜ਼ਿਆਦਾ ਇੰਪੋਰਟੈਂਟ ਨੇ, ਮੈਂ ਡੀਟੇਲਿੰਗ ਸਿਰਫ ਉਹਨਾਂ ਦੀ ਦਿੱਤੀ ਹੈ। ਅਦਰਵਾਈਜ਼ ਜੇ ਤੁਸੀਂ ਇਸ ਟਾਈਮ ਦੇ ਉੱਤੇ ਹੁਣ ਪੂਰਾ ਐਕਟ ਪੜ੍ਹਨ ਲੱਗੋਗੇ ਤਾਂ ਬਹੁਤ ਹੀ ਜ਼ਿਆਦਾ ਕਨਫਿਊਜ਼ ਹੋ ਜਾਓਗੇ। ਪਰ ਇੱਕ ਚੀਜ਼ which I suggest you personally ਕਿ ਤੁਸੀਂ ਘੱਟੋ ਘੱਟ ਐਗਜ਼ਾਮ ਦੇ ਲਈ ਚੈਪਟਰਸ ਦੇ ਜਿਹੜੇ ਨਾਮ ਨੇ, 12 ਚੈਪਟਰ ਨੇ, ਚੈਪਟਰਸ ਦੇ ਨਾਮ ਤੇ ਕਿੰਨੇ ਤੋਂ ਕਿੰਨੇ ਤੱਕ ਸੈਕਸ਼ਨਸ ਆਉਂਦੇ ਨੇ, ਉਹ ਕ੍ਰੈਮ ਕਰਨ ਦੀ ਟਰਾਈ ਕਰੋ। ਸੋ ਹੁਣ ਪਹਿਲਾਂ ਆਉਂਦਾ ਚੈਪਟਰ 2। ਇਹਦੇ ਵਿੱਚ ਦੱਸਿਆ ਹੋਇਆ ਵੀ ਕੋਆਪਰੇਟਿਵ ਸੁਸਾਇਟੀ ਰਜਿਸਟਰ ਕਿਵੇਂ ਹੋ, ਤੇ ਸੈਕਸ਼ਨ 3 ਤੋਂ 14 ਆਪਾਂ ਨੂੰ ਰਜਿਸਟ੍ਰੇਸ਼ਨ ਬਾਰੇ ਦੱਸਦੇ ਆ। ਸੋ ਜਿਹੜਾ ਤੀਜਾ ਸੈਕਸ਼ਨ ਹੈ ਉਹਦੇ ਵਿੱਚ ਦੱਸਿਆ ਹੋਇਆ ਹੈ ਵੀ ਜਿਹੜੀ ਸਰਕਾਰ ਹੈ ਉਹ ਰਜਿਸਟਰਾਰ ਅਪਾਇੰਟ ਕਰੂਗੀ ਇਸ ਐਕਟ ਦੇ ਲਈ। ਸੋ ਉਹ ਰਜਿਸਟਰਾਰ ਹੀ ਬਾਕੀ ਸਾਰੇ ਇੰਪੋਰਟੈਂਟ ਕੰਮ ਦੇਖੂਗਾ ਸੁਸਾਇਟੀ ਨੂੰ ਰਜਿਸਟਰ ਵਗੈਰਾ ਕਰਨ ਦੇ ਲਈ। ਤੇ ਸੈਕਸ਼ਨ 4 ਤੇ 5 ਦੇ ਵਿੱਚ ਦੱਸਿਆ ਹੋਇਆ ਹੈ ਵੀ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਕਿਹੜੀਆਂ-ਕਿਹੜੀਆਂ ਸੁਸਾਇਟੀਜ਼ ਦੀ ਹੋ ਸਕਦੀ ਹੈ। ਸੋ ਕਿਹੜੀਆਂ ਰਿਸਟ੍ਰਿਕਸ਼ਨ ਨੇ, ਮਤਲਬ ਕੁਝ ਇਹੋ ਜਿਹੀਆਂ ਸੁਸਾਇਟੀਜ਼ ਨੇ ਜਿਨ੍ਹਾਂ ਨੂੰ ਇਸ ਐਕਟ ਦੇ ਅੰਦਰ ਰਜਿਸਟ੍ਰੇਸ਼ਨ ਨਹੀਂ ਹੋਊਗੀ, ਉਹਨਾਂ ਨੂੰ ਰਿਸਟ੍ਰਿਕਟ ਕੀਤਾ ਹੈ। ਉਸ ਤੋਂ ਬਾਅਦ ਹੈ ਸੈਕਸ਼ਨ 6। ਇਸ ਸੁਸਾਇਟੀ ਨੂੰ ਲੈ ਕੇ, ਕੋਆਪਰੇਟਿਵ ਸੁਸਾਇਟੀ ਨੂੰ ਲੈ ਕੇ ਜਿਹੜੇ ਮੈਂਬਰ ਨੇ ਕੋਈ ਸ਼ੇਅਰਸ ਵਿੱਚ ਲੈਣਾ ਚਾਹੁੰਦੇ ਨੇ, ਉਹ ਕਿੰਨੇ ਲੈਵਲ ਤੱਕ ਸ਼ੇਅਰ ਲੈ ਸਕਦੇ ਨੇ। ਸ਼ੇਅਰ ਹੋਲਡਿੰਗ ਉੱਤੇ ਰਿਸਟ੍ਰਿਕਸ਼ਨ ਲਗਾਈ ਹੋਈ ਹੈ ਸੈਕਸ਼ਨ 6 ਦੇ ਅੰਦਰ। ਸੋ ਤੁਸੀਂ ਹੁਣ ਇੰਪੋਰਟੈਂਟ ਜਿਹੜੀ ਰਿਸਟ੍ਰਿਕਸ਼ਨ ਹੈ ਉਹ ਯਾਦ ਰੱਖਣੀ ਐਗਜ਼ਾਮ ਦੇ ਲਈ ਕਿ no society other than a society of which a member is cooperative society shall be registered under this act unless it consists of at least 10 individual above the age of 18। ਸੋ ਕੋਈ ਵੀ ਕੋਆਪਰੇਟਿਵ ਸੁਸਾਇਟੀ ਰਜਿਸਟਰ ਨਹੀਂ ਹੋਊਗੀ ਜੇ ਉਹਦੇ ਵਿੱਚ ਘੱਟ ਤੋਂ ਘੱਟ 10 ਬੰਦੇ ਨਹੀਂ ਹੋਣਗੇ, 10 ਮੈਂਬਰਸ ਨਹੀਂ ਹੋਣਗੇ, ਤੇ ਉਹਨਾਂ 10 ਮੈਂਬਰਸ ਦੀ ਉਮਰ 18 ਤੋਂ ਉੱਪਰ ਚਾਹੀਦੀ ਹੈ। ਸੋ ਜੇ ਇਹ ਚੀਜ਼ ਫੁੱਲਫਿਲ ਨਹੀਂ ਹੁੰਦੀ ਤਾਂ ਉਹਦੇ ਉੱਤੇ ਰਿਸਟ੍ਰਿਕਸ਼ਨ ਲੱਗ ਜਾਂਦੀ ਹੈ, ਉਹ ਸੁਸਾਇਟੀ ਰਜਿਸਟਰ ਨਹੀਂ ਹੋ ਪਾਊਗੀ। ਫਿਰ ਸੈਕਸ਼ਨ 7 ਦੇ ਵਿੱਚ ਆ ਕਿ ਤੁਸੀਂ ਰਜਿਸਟ੍ਰੇਸ਼ਨ ਦੇ ਲਈ ਅਪਲਾਈ ਕਰ ਸਕਦੇ ਹੋ, ਤੇ ਜਿਹੜਾ ਪੂਰਾ ਪ੍ਰੋਸੀਜਰ ਆ ਵੀ ਤੁਸੀਂ ਰਜਿਸਟਰਾਰ ਦੇ ਕੋਲ ਜਾਣਾ, ਰਜਿਸਟਰ ਦੇਖੂਗਾ ਵੀ ਤੁਸੀਂ ਇਸ ਐਕਟ ਦੇ ਮੁਤਾਬਿਕ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਪੂਰੀਆਂ ਕਰ ਪਾ ਰਹੇ ਹੋ। ਤੇ ਜੇ ਰਜਿਸਟਰਾਰ ਨੂੰ ਲੱਗਦਾ ਵੀ ਕੋਈ ਵੀ ਤੁਸੀਂ ਕਮੀ ਹੈ, ਤੁਸੀਂ ਕੋਈ ਵੀ ਇਸ ਐਕਟ ਦੀ ਜੋ ਰਿਕੁਆਇਰਮੈਂਟ ਹੈ ਉਹਨੂੰ ਪੂਰੀ ਨਹੀਂ ਕਰ ਰਹੇ, ਤਾਂ ਉਹ ਰਿਫਿਊਜ਼ ਵੀ ਕਰ ਸਕਦਾ, ਤੁਹਾਨੂੰ ਮਨਾ ਵੀ ਕਰ ਸਕਦਾ ਰਜਿਸਟ੍ਰੇਸ਼ਨ ਦੇ ਲਈ। ਸੋ ਜਿਹੜਾ ਪ੍ਰੋਸੈਸ ਹੈ ਉਹ ਸੈਕਸ਼ਨ 8 ਦੇ ਅੰਦਰ ਆ, ਤੇ ਇਹ ਸੈਕਸ਼ਨ ਐਗਜ਼ਾਮ ਦੇ ਲਈ ਤੁਹਾਨੂੰ 100% ਯਾਦ ਹੋਣਾ ਚਾਹੀਦਾ ਵੀ ਕੋਆਪਰੇਟਿਵ ਸੁਸਾਇਟੀ ਦੀ ਰਜਿਸਟ੍ਰੇਸ਼ਨ ਆ ਉਹ ਸੈਕਸ਼ਨ 8 ਦੇ ਅੰਦਰ ਆ। ਤੇ ਰਜਿਸਟ੍ਰੇਸ਼ਨ ਜਦੋਂ ਹੋਗੀ, ਜੇ ਰਜਿਸਟਰਾਰ ਨੇ ਕਹਿਤਾ ਵੀ ਸਾਰਾ ਕੁਝ ਠੀਕ ਆ, ਮੈਂ ਤੁਹਾਨੂੰ ਰਜਿਸਟਰ ਕਰਦਾ, ਤਾਂ ਉਹ ਤੁਹਾਨੂੰ ਸੈਕਸ਼ਨ 9 ਦੇ ਅੰਦਰ ਇੱਕ ਸਰਟੀਫਿਕੇਟ ਦਊ, ਤੇ ਇਹ ਸਰਟੀਫਿਕੇਟ ਇੱਕ ਪ੍ਰੂਫ ਹੋਊ, ਐਵੀਡੈਂਸ ਹੋਊ, ਸਬੂਤ ਹੋਊ ਵੀ ਜਿਹੜੀ ਤੁਹਾਡੀ ਸੁਸਾਇਟੀ ਹੈ ਉਹ ਹੁਣ ਇੱਕ ਪ੍ਰੋਪਰ ਰਜਿਸਟਰਡ ਸੁਸਾਇਟੀ ਹੈ। ਦੈਨ ਜੇ ਤੁਸੀਂ ਕੋਈ ਨਾਮ ਬਦਲਣਾ ਹੈ, ਕੋਈ ਮੈਂਬਰਸ ਦੀ ਲਾਇਬਿਲਿਟੀ ਬਦਲਣੀ ਹੈ, ਕੋਈ ਸ਼ੇਅਰਸ ਨੂੰ ਲੈ ਕੇ ਪ੍ਰੋਬਲਮ ਆ, ਤਾਂ ਉਹਦੇ ਲਈ ਸੈਕਸ਼ਨ 11 ਤੇ 12 ਵਿੱਚ ਰੂਲਸ ਨੇ। ਉਸ ਤੋਂ ਬਾਅਦ ਜੇ ਤੁਸੀਂ ਕਿਸੇ ਵੀ ਕੋਆਪਰੇਟਿਵ ਸੁਸਾਇਟੀਜ਼, ਕੋਈ ਇੱਕ ਤੋਂ ਜ਼ਿਆਦਾ ਕੋਆਪਰੇਟਿਵ ਸੁਸਾਇਟੀਜ਼ ਨੇ, ਉਹਨਾਂ ਨੂੰ ਆਪਸ ਦੇ ਵਿੱਚ ਤੁਸੀਂ ਐਮੈਲਗਾਮੇਟ ਕਰਨਾ ਚਾਹੁੰਦੇ ਹੋ, ਜੋੜਨਾ ਚਾਹੁੰਦੇ ਹੋ, ਮਰਜ ਕਰਨਾ ਚਾਹੁੰਦੇ ਹੋ, ਤਾਂ ਉਹਦੇ ਲਈ ਸੈਕਸ਼ਨ 13 ਦੇ ਅੰਦਰ ਰੂਲਸ ਨੇ। ਤੇ ਇਹਦੇ ਲਈ ਇੱਕ ਇੰਪੋਰਟੈਂਟ ਚੀਜ਼ ਜਿਹੜੀ ਯਾਦ ਰੱਖਣੀ ਆ ਵੀ ਕੋਈ ਵੀ ਕੋਆਪਰੇਟਿਵ ਸੁਸਾਇਟੀ ਆਪਣੀਆਂ ਜੋ ਵੀ ਐਸੈਟ ਵਗੈਰਾ ਨੇ ਜਾਂ ਜਿਹਨੇ ਅਮੈਲਗਾਮੇਟ ਹੋਣਾ, ਉਹ ਬਿਨਾਂ ਰਜਿਸਟਰਾਰ ਦੀ ਪਰਮਿਸ਼ਨ ਤੋਂ, ਪ੍ਰੀਵੀਅਸ ਅਪਰੂਵਲ ਤੋਂ ਇਹ ਕੰਮ ਨਹੀਂ ਕਰ ਸਕਦੀ। ਤੇ ਨਾਲ ਹੀ
ਕੋਈ ਵੀ ਜੇ ਕੋਆਪਰੇਟਿਵ ਸੁਸਾਇਟੀ ਅਮੈਲਗਾਮੇਟ ਹੋਣਾ ਚਾਹੁੰਦੀ ਆ ਤਾਂ ਉਹਨੂੰ ਆਪਣੇ 2/3 ਮੈਂਬਰਸ ਦੀ ਮੈਜੋਰਿਟੀ ਹਾਂ ਚਾਹੀਦੀ ਹੋ, ਵੋਟਿੰਗ ਚਾਹੀਦੀ ਹੋ। ਉਸ ਤੋਂ ਬਾਅਦ ਸੈਕਸ਼ਨ 14 ਦੱਸਦਾ ਵੀ ਕੋਈ ਵੀ ਕੋਆਪਰੇਟਿਵ ਸੁਸਾਇਟੀ ਦਾ ਜਿਹੜੇ ਤੁਹਾਨੂੰ ਸਰਟੀਫਿਕੇਟ ਦਿੱਤਾ ਰਜਿਸਟਰਾਰ ਨੇ ਉਹ ਕੈਂਸਲ ਕਿਹੜੀਆਂ ਕੰਡੀਸ਼ਨਸ ਉੱਤੇ ਹੋ ਸਕਦਾ ਹੈ। ਉਸ ਤੋਂ ਬਾਅਦ ਆਉਂਦਾ ਚੈਪਟਰ 3। ਸੋ ਚੈਪਟਰ 3 ਦੇ ਵਿੱਚ ਸੈਕਸ਼ਨ 15 ਤੋਂ 22 ਨੇ ਇਹਨਾਂ ਦੇ ਵਿੱਚ ਦੱਸਿਆ ਹੋਇਆ ਵੀ ਕੋਆਪਰੇਟਿਵ ਸੁਸਾਇਟੀ ਦੇ ਜੋ ਵੀ ਮੈਂਬਰਸ ਨੇ ਉਹਨਾਂ ਲਈ ਪਹਿਲੇ ਨੰਬਰ ਤੇ ਕੀ ਕੁਆਲੀਫਿਕੇਸ਼ਨ ਜ਼ਰੂਰੀ ਹੈ, ਕੌਣ ਮੈਂਬਰ ਬਣ ਸਕਦਾ। ਦੂਜੇ ਨੰਬਰ ਤੇ ਦੱਸਿਆ ਹੋਇਆ ਵੀ ਜਿਹੜੇ ਮੈਂਬਰ ਨੇ ਉਹਨਾਂ ਦੇ ਕੋਲ ਕੀ ਰਾਈਟਸ ਨੇ, ਉਹਨਾਂ ਦੀ ਕੀ ਜ਼ਿੰਮੇਵਾਰੀਆਂ ਬਣਦੀਆਂ ਨੇ, ਲਾਇਬਿਲਿਟੀ ਕੀ ਬਣਦੀ ਆ, ਜੇ ਕਿਤੇ ਲਾਸ ਹੋ ਜਾਵੇ ਤਾਂ ਉਹਨਾਂ ਦੀ ਕਿੰਨੀ ਪ੍ਰਾਪਰਟੀ ਉਸ ਲਾਸ ਨੂੰ ਪੂਰਾ ਕਰਨ ਦੇ ਲਈ, ਉਹਦੀ ਭਰਪਾਈ ਦੇ ਲਈ ਆਪਾਂ ਵਰਤ ਸਕਦੇ ਹਾਂ। ਸੋ ਇਹ ਸਾਰੀਆਂ ਚੀਜ਼ਾਂ ਦੀ ਗੱਲ ਕਹੀ ਹੋਈ ਹੈ ਚੈਪਟਰ 3 ਦੇ ਅੰਦਰ। ਸੋ ਸੈਕਸ਼ਨ 15 ਐਗਜ਼ਾਮ ਦੇ ਲਈ ਤੁਸੀਂ ਯਾਦ ਰੱਖਣਾ, ਜਿਹਦੇ ਵਿੱਚ ਦੱਸਿਆ ਹੋਇਆ ਹੈ who can become a member, qualification। ਸੋ ਕਹਿੰਦੇ ਕੋਈ ਵੀ ਇਨਸਾਨ ਕੋਆਪਰੇਟਿਵ ਸੁਸਾਇਟੀ ਦਾ ਮੈਂਬਰ ਨਹੀਂ ਬਣ ਸਕਦਾ ਜੇ ਉਹ ਜਿਹੜਾ ਇੰਡੀਅਨ ਕੰਟਰੈਕਟ ਐਕਟ ਹੈ ਉਹਦੇ ਸੈਕਸ਼ਨ 11 ਦੇ ਮੁਤਾਬਿਕ ਕਿਸੇ ਕੰਟਰੈਕਟ ਨੂੰ ਪੂਰਾ ਕਰਨ ਦੇ ਲਈ ਕੰਪੀਟੈਂਟ ਨਹੀਂ ਹੈ। ਸੋ ਇੱਕ ਕੰਟਰੈਕਟ ਕਰਨ ਦੇ ਲਈ ਬੰਦੇ ਦੇ ਵਿੱਚ ਕਿਹੜੀਆਂ ਰਿਕੁਆਇਰਮੈਂਟਸ ਹੋਣੀਆਂ ਚਾਹੀਦੀਆਂ ਨੇ। ਨੰਬਰ 1 ਉਹ ਮੇਜਰ ਹੋਣਾ ਚਾਹੀਦਾ, ਉਹ ਸਾਊਂਡ ਮਾਈਂਡ ਦਾ ਹੋਣਾ ਚਾਹੀਦਾ, ਉਹ ਸਹੀ ਡਿਸੀਜਨ ਲੈਣ ਵਾਲਾ ਹੋਣਾ ਚਾਹੀਦਾ। ਸੋ ਇਹ 2-3 ਇੰਪੋਰਟੈਂਟ ਰਿਕੁਆਇਰਮੈਂਟਸ ਨੇ, ਸੇਮ ਜਿਹੜੀਆਂ ਕੰਟਰੈਕਟ ਐਕਟ ਦੀਆਂ ਰਿਕੁਆਇਰਮੈਂਟਸ ਨੇ ਉਹੀ ਇੱਕ ਕੋਆਪਰੇਟਿਵ ਸੁਸਾਇਟੀ ਦਾ ਮੈਂਬਰ ਬਣਨ ਲਈ ਵੀ ਚਾਹੀਦੀਆਂ ਨੇ। ਸੋ ਬਾਕੀ ਜੇ ਕੋਈ ਵੀ ਹੋਰ ਗਵਰਨਮੈਂਟ ਕੋਈ ਟਾਈਮ ਟੂ ਟਾਈਮ ਕੁਆਲੀਫਿਕੇਸ਼ਨ ਦੱਸਦੀ ਹੈ ਵੀ ਇਹ ਤੁਹਾਨੂੰ ਪੂਰੀ ਕਰਨੀ ਪਊਗੀ ਤਾਂ ਉਹ ਸਾਰੀਆਂ ਕੁਆਲੀਫਿਕੇਸ਼ਨਸ ਪੂਰੀਆਂ ਕਰਕੇ ਹੀ ਤੁਸੀਂ ਮੈਂਬਰ ਬਣ ਸਕਦੇ ਹੋ। ਦੈਨ ਹੈ ਵੋਟਿੰਗ। ਹਰ ਸੁਸਾਇਟੀ ਦੇ ਮੈਂਬਰ ਦੇ ਕੋਲ ਇੱਕ ਮੈਂਬਰ ਕੋਲ ਇੱਕ ਵੋਟ ਹੁੰਦੀ ਹੈ। ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕਨਸੈਪਟ ਹੈ, ਸੈਕਸ਼ਨ 18 ਵਿੱਚ ਦੱਸਿਆ। ਦੈਨ ਜੇ ਵੋਟਿੰਗ ਕਰਨੀ ਹੈ ਤਾਂ ਉਹਦੇ ਲਈ ਤੁਸੀਂ ਇਨ ਪਰਸਨ ਜਾ ਕੇ ਵੋਟ ਕਰ ਸਕਦੇ ਹੋ। ਪ੍ਰੋਕਸੀ ਮਤਲਬ ਤੁਹਾਡੀ ਵੋਟ ਕੋਈ ਹੋਰ ਨਹੀਂ ਪਾ ਸਕਦਾ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੇਰੀ ਵੋਟ ਹੈ, ਮੇਰਾ ਫਰੈਂਡ ਜਾ ਕੇ ਪਾ ਦੂਗਾ, ਉਹ ਵੀ ਮੈਂਬਰ ਹੈ। ਸੋ no member shall be permitted to vote by proxy। ਸੈਕਸ਼ਨ 21 ਵਿੱਚ ਦੱਸਿਆ ਹੋਇਆ ਹੈ ਵੀ ਜੇ ਕਿਸੇ ਮੈਂਬਰ ਦੀ ਡੈਥ ਹੁੰਦੀ ਆ ਤਾਂ ਜਿਹੜਾ ਇੰਟਰਸਟ ਆ ਉਹ ਕਿਵੇਂ ਟ੍ਰਾਂਸਫਰ ਕੀਤਾ ਜਾਊਗਾ, ਉਹਦੇ ਜਿਹੜੇ ਲੀਗਲ ਰੈਪਰੈਜ਼ੈਂਟੇਟਿਵ ਨੇ ਉਹ ਸਾਰੇ ਫਿਰ ਕਿਵੇਂ ਸਾਰਾ ਉਹਦਾ ਦੇਖਣਗੇ, ਉਹਦਾ ਸ਼ੇਅਰ ਕਿਵੇਂ ਕੈਲਕੂਲੇਟ ਹੋਊਗਾ, ਇਹ ਸਾਰੀਆਂ ਚੀਜ਼ਾਂ ਨੇ ਸੈਕਸ਼ਨ 21 ਦੇ ਅੰਦਰ। ਦੈਨ ਦੋ ਹੋਰ ਇੰਪੋਰਟੈਂਟ ਸੈਕਸ਼ਨਸ ਨੇ 4 ਤੇ 5। 4 ਸੈਕਸ਼ਨ ਦੇ ਵਿੱਚ ਸਾਰੀ ਕੋਆਪਰੇਟਿਵ ਸੁਸਾਇਟੀ ਦੀ ਮੈਨੇਜਮੈਂਟ ਦੀ ਗੱਲ ਕੀਤੀ ਹੈ, ਸੈਕਸ਼ਨ 23 ਤੋਂ 29 ਤੱਕ। ਦੈਨ ਕੋਆਪਰੇਟਿਵ ਸੁਸਾਇਟੀ ਦੇ ਮੈਂਬਰਸ ਨੂੰ ਕੀ ਫਾਇਦੇ ਮਿਲਦੇ ਨੇ, ਪ੍ਰਿਵਿਲੇਜਸ ਕੀ ਨੇ, ਉਹ ਦੱਸੀਆਂ ਹੋਈਆਂ ਨੇ ਸੈਕਸ਼ਨ 30 ਤੋਂ 40 ਤੱਕ। ਦੈਨ ਚੈਪਟਰ 6 ਇਹਦੇ ਵਿੱਚ ਦੱਸਿਆ ਹੋਇਆ ਵੀ ਜਿਹੜੀ ਕੋਆਪਰੇਟਿਵ ਸੁਸਾਇਟੀ ਹੈ ਉਹਦੀ ਪ੍ਰਾਪਰਟੀ ਹੈ, ਫੰਡਸ ਹੈ, ਉਹ ਸਾਰਾ ਕੁਝ ਕਿਵੇਂ ਐਲੋਕੇਟ ਹੋ। ਇਹ ਮੈਂ ਇਸੇ ਲਈ ਉਰੇ ਸੈਕਸ਼ਨ ਦੇ ਅਲੱਗ ਤੋਂ ਹੈਡਸ ਕੁਝ ਮੈਂਸ਼ਨ ਕੀਤੇ ਨੇ ਕਿਉਂਕਿ ਤੁਹਾਨੂੰ ਐਗਜ਼ਾਮ ਦੇ ਵਿੱਚ ਸਿੱਧਾ ਪੁੱਛ ਸਕਦੇ ਨੇ ਵੀ ਚੈਰੀਟੇਬਲ ਪਰਪਸ ਦੇ ਲਈ ਜੇ ਤੁਸੀਂ ਕਿਤੇ ਦਾਨ ਦੇਣਾ ਹੈ ਕੋਆਪਰੇਟਿਵ ਸੁਸਾਇਟੀ ਦੇ ਪੈਸੇ ਚੋਂ ਤਾਂ ਉਹਦੇ ਲਈ ਕਿਹੜੇ ਸੈਕਸ਼ਨ ਦੇ ਵਿੱਚ ਪ੍ਰੋਸੀਜਰ ਹੈ। ਸੋ ਉਹ ਦੱਸਿਆ ਹੋਇਆ ਸੈਕਸ਼ਨ 42 ਵਿੱਚ। ਦੈਨ ਇੱਕ ਐਜੂਕੇਸ਼ਨ ਫੰਡ, ਪੜ੍ਹਾਈ ਦੇ ਲਈ ਫੰਡ ਐਲੋਕੇਟ ਕੀਤਾ ਜਾਂਦਾ, ਉਹ ਸੈਕਸ਼ਨ 43 ਵਿੱਚ ਆ। ਫੰਡ ਨੂੰ ਇਨਵੈਸਟ ਕਿੱਥੇ ਕਰਨਾ, ਕਿਵੇਂ ਕਰਨਾ, ਸੈਕਸ਼ਨ 44। ਸੋ ਇਹ ਕੁਝ ਇੰਪੋਰਟੈਂਟ ਸੈਕਸ਼ਨਸ ਹੈ। ਦੈਨ ਚੈਪਟਰ 7 ਇਹਦੇ ਵਿੱਚ ਆ ਵੀ ਕੋਈ ਵੀ ਕੋਆਪਰੇਟਿਵ ਸੁਸਾਇਟੀ ਆ, ਆਪਾਂ ਨੂੰ ਪਤਾ ਉਹਨਾਂ ਕੋਲ ਪੈਸਾ ਆਉਂਦਾ, ਫੰਡਸ ਇਕੱਠੇ ਹੁੰਦੇ ਨੇ, ਹੁਣ ਉਹਦੇ ਉੱਤੇ ਪ੍ਰੋਪਰ ਚੈੱਕ ਲਗਾਇਆ ਜਾਂਦਾ, ਆਡਿਟਿੰਗ ਹੁੰਦੀ ਹੈ। ਸੋ ਰਜਿਸਟਰਾਰ ਵੀ ਚੈੱਕ ਕਰਦਾ, ਕੋਈ ਆਡਿਟ ਕਮੇਟੀ ਤੋਂ ਬਾਹਰੋਂ ਵੀ ਕੋਈ ਆਉਂਦੇ ਨੇ ਇੰਸਪੈਕਟਰਸ ਵਗੈਰਾ। ਸੋ ਇਹ ਸਾਰਾ ਕੁਝ ਹੈ ਜਿਹੜਾ ਚੈਪਟਰ 7 ਦੇ ਵਿੱਚ ਆ, ਸੈਕਸ਼ਨ 48 to 54। ਐਗਜ਼ਾਮ ਦੇ ਲਈ ਤੁਸੀਂ ਯਾਦ ਰੱਖਣਾ ਵੀ ਆਡਿਟਿੰਗ ਆ ਜਿਹੜੀ ਉਹ ਸੈਕਸ਼ਨ 48 ਦੇ ਅੰਦਰ ਹੈ। ਨੈਕਸਟ ਹੁਣ ਕੁਝ ਆਪਾਂ ਸੈਕਸ਼ਨਸ ਡੀਟੇਲ ਵਿੱਚ ਦੇਖਾਂਗੇ ਕਿਉਂਕਿ ਐਗਜ਼ਾਮ ਦੇ ਲਈ ਇਹ ਸਪੈਸ਼ਲੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਸੋ ਚੈਪਟਰ 8 ਦੱਸਦਾ ਵੀ ਜੇ ਕੋਈ ਡਿਸਪਿਊਟ ਆਉਂਦਾ, ਪ੍ਰੋਬਲਮ ਆਉਂਦੀ ਆ ਮੈਂਬਰਸ ਦੇ ਵਿੱਚ, ਕਿਸੇ ਕਮੇਟੀ ਦੇ ਵਿੱਚ, ਸੁਸਾਇਟੀ ਵਿੱਚ, ਤਾਂ ਉੱਥੇ ਉਹਨਾਂ ਡਿਸਪਿਊਟ ਨੂੰ, ਲੜਾਈ ਨੂੰ, ਝਗੜੇ ਨੂੰ ਕਿਵੇਂ ਸੈਟਲ ਕੀਤਾ ਜਾਊਗਾ। ਸੋ ਇਹਦੇ ਲਈ ਦੋ ਸੈਕਸ਼ਨ ਨੇ 55 ਤੇ 56। 55 ਦੇ ਵਿੱਚ ਆ ਵੀ ਜਿਹੜਾ ਡਿਸਪਿਊਟ ਹੈ ਉਹਨੂੰ ਆਪਾਂ ਬੈਠ ਕੇ ਬਿਨਾਂ ਕਿਸੇ ਕੋਰਟ ਵਿੱਚ ਜਾਏ, ਕਚਹਿਰੀ ਵਿੱਚ ਜਾਏ, ਆਰਾਮ ਨਾਲ ਆਰਬਿਟ੍ਰੇਸ਼ਨ ਦੇ ਮੈਥਡ ਦੇ ਨਾਲ ਸੋਲਵ ਕਰ ਸਕਦੇ ਹਾਂ।
ਸੋ ਆਰਬਿਟ੍ਰੇਸ਼ਨ ਦਾ ਮਤਲਬ ਹੁੰਦਾ ਕਿ ਜਦੋਂ ਦੋਨੋਂ ਪਾਰਟੀਆਂ ਨੂੰ ਕੋਈ ਤੀਜਾ ਨਿਊਟਰਲ ਬੰਦਾ ਬਿਠਾ ਕੇ ਗੱਲ ਸੋਲਵ ਕਰਵਾਉਣ ਦੀ ਕੋਸ਼ਿਸ਼ ਕਰੇ। ਸੋ ਉਸ ਤੋਂ ਬਾਅਦ ਹੈ 56, ਜੇ ਰਜਿਸਟਰਾਰ ਨੂੰ ਲੱਗ ਰਿਹਾ ਹੈ ਕਿ ਉਹ ਜਿਹੜਾ ਡਿਸਪਿਊਟ ਹੈ, ਕੋਈ ਇਸ਼ੂ ਆ, ਉਹਨੂੰ ਜਾਂ ਤਾਂ ਆਪ ਸੋਲਵ ਕਰ ਸਕਦਾ ਤਾਂ ਉਹਨੂੰ ਆਪ ਕਰ ਦੇਵੇ। ਜੇ ਰਜਿਸਟਰਾਰ ਚਾਹੁੰਦਾ ਵੀ ਉਹਨੇ ਕਿਸੇ ਆਰਬਿਟਰੇਟਰ ਤੋਂ ਇਸ ਇਸ਼ੂ ਨੂੰ ਸੋਲਵ ਕਰਵਾਉਣਾ ਤਾਂ ਇਸ ਪਰਪਸ ਦੇ ਲਈ ਰਜਿਸਟਰਾਰ ਸੈਕਸ਼ਨ 55 ਦੇ ਵਿੱਚ ਜੋ ਵੀ ਡਿਸਪਿਊਟ ਨੇ ਉਹਨਾਂ ਨੂੰ ਸੋਲਵ ਕਰਵਾਉਣ ਦੇ ਲਈ ਇੱਕ ਰਜਿਸਟਰਾਰ ਦੇ ਕੋਲ ਵੀ ਇਸ ਕੇਸ ਨੂੰ ਭੇਜ ਸਕਦਾ ਹੈ। ਉਸ ਤੋਂ ਬਾਅਦ ਚੈਪਟਰ 9 ਤੇ 10, 9 ਦੇ ਵਿੱਚ ਹੈ ਵਾਈਂਡਿੰਗ ਅਪ ਆਫ ਕੋਆਪਰੇਟਿਵ ਸੁਸਾਇਟੀ। ਜੇ ਕਿਸੇ ਕੋਆਪਰੇਟਿਵ ਸੁਸਾਇਟੀ ਨੂੰ ਆਪਾਂ ਨੇ ਖਤਮ ਕਰਨਾ, ਉਹਦੇ ਕੰਮ ਨੂੰ ਖਤਮ ਕਰਨਾ, ਉਹਨੂੰ ਆਪਾਂ ਨੇ ਵਾਈਂਡ ਅਪ ਕਰਨਾ, ਸੋ ਉਹਦੇ ਲਈ ਸੈਕਸ਼ਨ 57 to 61 ਹੈ। ਦੈਨ ਚੈਪਟਰ 10, ਹੁਣ ਜੋ ਵੀ ਡਿਸੀਜਨ ਦੇ ਰਿਹਾ ਰਜਿਸਟਰਾਰ ਦੇ ਰਿਹਾ ਜਾਂ ਜਿਵੇਂ ਉਹਦੇ ਆਰਬਿਟ੍ਰੇਸ਼ਨ ਦਾ ਡਿਸੀਜਨ ਆਇਆ, ਇਹ ਸਾਰੀਆਂ ਚੀਜ਼ਾਂ ਕਿਵੇਂ ਐਗਜ਼ੀਕਿਊਟ ਕਰਵਾਈਆਂ ਜਾਣਗੀਆਂ, ਜਿਹੜੇ ਡਿਸੀਜਨਸ ਨੇ ਉਹ ਕਿਵੇਂ ਦਿੱਤੇ ਜਾਣਗੇ, ਇਹ ਸਾਰਾ ਕੁਝ ਚੈਪਟਰ 10 ਦੇ ਅੰਦਰ ਹੈ 62 to 67A। ਫਿਰ ਆਪਣੇ ਕੋਲ ਬਹੁਤ ਇੰਪੋਰਟੈਂਟ ਸੈਕਸ਼ਨ ਆਉਂਦੇ ਆ ਅਪੀਲ ਤੇ ਰਿਵੀਜ਼ਨ ਦੇ। ਸੋ ਚੈਪਟਰ 11 ਦੇ ਅੰਦਰ ਦੱਸਿਆ ਹੋਇਆ ਹੈ ਵੀ ਜੇ ਕਿਸੇ ਨੂੰ ਵੀ ਕਿਸੇ ਰਜਿਸਟਰਾਰ ਦੇ ਆਰਡਰ ਤੋਂ ਪ੍ਰੋਬਲਮ ਆ, ਕੋਈ ਮੈਂਬਰ ਨੂੰ ਆਪਾਂ ਨੇ ਸੁਸਾਇਟੀ ਚੋਂ ਕੱਢਤਾ, ਉਹਨੇ ਅਪੀਲ ਫਾਈਲ ਕਰਨੀ ਹੈ, ਸੋ ਉਹਦੇ ਲਈ ਜਿਹੜਾ ਸੈਕਸ਼ਨ ਇੰਪੋਰਟੈਂਟ ਹੈ ਉਹ ਹੈ ਸੈਕਸ਼ਨ 68। ਸੋ ਸੈਕਸ਼ਨ 68 ਦੇ ਅੰਦਰ ਇੱਕ ਅਪੀਲ ਫਾਈਲ ਕਰ ਸਕਦੇ ਹਾਂ ਆਪਾਂ, ਤੇ ਅਪੀਲ ਦੇ ਲਈ ਕੁਝ ਇੰਪੋਰਟੈਂਟ ਜਿਹੜੀਆਂ ਚੀਜ਼ਾਂ ਨੇ ਉਹ ਹੈ, ਇੱਕ ਤਾਂ ਜੇ ਕਿਸੇ ਰਜਿਸਟਰਾਰ ਨੇ ਮਨਾ ਕਰਤਾ ਸੈਕਸ਼ਨ 8 ਦੇ ਅੰਦਰ ਵੀ ਮੈਂ ਤੁਹਾਡੀ ਕੋਆਪਰੇਟਿਵ ਸੁਸਾਇਟੀ ਨੂੰ ਰਜਿਸਟਰ ਨਹੀਂ ਕਰੂੰਗਾ ਤੇ ਆਪਾਂ ਉਸ ਡਿਸੀਜਨ ਦੇ ਨਾਲ ਸਹਿਮਤ ਨਹੀਂ ਆ, ਤਾਂ ਆਪਾਂ ਉਹਦੇ ਅਗੇਂਸਟ ਇੱਕ ਅਪੀਲ ਫਾਈਲ ਕਰ ਸਕਦੇ ਹਾਂ। ਜਾਂ ਫਿਰ ਜਿਹੜਾ ਰਜਿਸਟਰਾਰ ਹੈ ਉਹਨੇ ਮਨਾ ਕਰਤਾ ਵੀ ਮੈਂ ਕੋਈ ਵੀ ਅਮੈਂਡਮੈਂਟ ਵਗੈਰਾ ਚੇਂਜ ਆ ਜਿਹੜੀ ਕੋਆਪਰੇਟਿਵ ਸੁਸਾਇਟੀ ਦੇ ਵਿੱਚੋਂ ਨਹੀਂ ਕਰੂੰਗਾ, ਤਾਂ ਆਪਾਂ ਉਸ ਡਿਸੀਜਨ ਦੇ ਅਗੇਂਸਟ ਜਾ ਸਕਦੇ ਹਾਂ। ਜਾਂ ਫਿਰ ਕੋਈ ਵੀ ਕੋਆਪਰੇਟਿਵ ਸੁਸਾਇਟੀ ਦੇ ਵਿੱਚੋਂ ਕੋਈ ਮੈਂਬਰ ਨੂੰ ਕੱਢਿਆ ਤਾਂ ਆਪਾਂ ਨੇ ਉਹ ਡਿਸੀਜਨ ਦੇ ਅਗੇਂਸਟ ਅਪੀਲ ਫਾਈਲ ਕਰਨੀ ਹੈ। ਤੇ ਜਿਹੜਾ ਅਪੀਲ ਦਾ ਟਾਈਮ ਪੀਰੀਅਡ ਹੈ ਉਹ ਜਦੋਂ ਤੋਂ ਇਹ ਡਿਸੀਜਨ ਦਿੱਤਾ ਜਿਹਦੇ ਨਾਲ ਆਪਾਂ ਸਹਿਮਤ ਨਹੀਂ ਆ, ਉਹ ਡਿਸੀਜਨ ਦੇ 60 ਦਿਨਾਂ ਦੇ ਅੰਦਰ ਅੰਦਰ ਆਪਾਂ ਨੇ ਅਪੀਲ ਫਾਈਲ ਕਰਨੀ ਹੈ। No appeal shall lie under this section for any decision or order made by any authority in appeal। ਸੋ ਕਹਿੰਦੇ ਜੇ ਕਿਸੇ ਵੀ ਅਥਾਰਟੀ ਨੇ ਆਲਰੇਡੀ ਇਸ ਅਪੀਲ ਉੱਤੇ ਡਿਸੀਜਨ ਦੇਤਾ ਤਾਂ ਆਪਾਂ ਉਸ ਅਪੀਲ ਵਾਲੇ ਡਿਸੀਜਨ ਦੇ ਅਗੇਂਸਟ ਦੁਬਾਰਾ ਅਪੀਲ ਨਹੀਂ ਫਾਈਲ ਕਰ ਸਕਦੇ। ਤੇ ਸੈਕਸ਼ਨ 69 ਰਿਵੀਜ਼ਨ ਬਾਰੇ ਦੱਸਦਾ ਜੇ ਕਿਸੇ ਨੇ ਆਰਡਰ ਵਗੈਰਾ ਕੋਈ ਚੇਂਜ ਕਰਨਾ। ਸੈਕਸ਼ਨ 70 ਦੱਸਦਾ ਇੰਟਰਲੋਕਿਊਟਰੀ, ਜਿਹੜਾ ਕੋਈ ਟੈਂਪਰੇਰੀ ਇੰਟਰਮੀਡੀਏਰੀ ਆਰਡਰ ਹੁੰਦਾ ਹੈ। ਸੋ ਉਸ ਤੋਂ ਬਾਅਦ ਹੈ ਚੈਪਟਰ 11A, ਐਗਜ਼ਾਮ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਸੈਕਸ਼ਨ ਹੈ, ਕਿਉਂਕਿ ਹੁਣ ਆਪਾਂ ਨੂੰ ਪਤਾ ਹੈ ਵੀ ਜਿਹੜਾ ਇਹ ਪੇਪਰ ਹੈ ਇਹ ਕੋਆਪਰੇਟਿਵ ਬੈਂਕ ਦਾ ਪੇਪਰ ਹੈ। ਸੋ ਪੰਜਾਬ ਦੇ ਲਈ ਸਪੈਸ਼ਲੀ ਇਨਸ਼ੋਰਟ ਕੋਆਪਰੇਟਿਵ ਬੈਂਕ ਦੀ ਗੱਲ ਹੋ ਰਹੀ ਹੈ। ਇਸ ਐਕਟ ਦੇ ਅੰਦਰ 1961 ਵਾਲੇ ਐਕਟ ਦੇ ਅੰਦਰ ਇੱਕ ਅਮੈਂਡਮੈਂਟ ਕੀਤੀ ਸੀ। ਸੋ 1981 ਦੀ ਇਸ ਅਮੈਂਡਮੈਂਟ ਦੇ ਨਾਲ ਇੱਕ ਨਵਾਂ ਚੈਪਟਰ ਐਡ ਕੀਤਾ, ਨਵਾਂ ਸੈਕਸ਼ਨ ਐਡ ਕੀਤਾ, ਜਿਹੜਾ ਸੈਕਸ਼ਨ ਗੱਲ ਕਰਦਾ ਕੋਆਪਰੇਟਿਵ ਬੈਂਕ ਦੀ। ਸੋ ਤੁਸੀਂ ਯਾਦ ਰੱਖਣਾ ਸੈਕਸ਼ਨ 70A ਤੇ ਜਿਹੜਾ ਚੈਪਟਰ ਐਡ ਕੀਤਾ ਉਹ ਹੈ 11A। ਸੋ 70A ਕਹਿ ਰਿਹਾ ਆਰਡਰ ਫॉर ਵਾਈਂਡਿੰਗ ਅਪ, ਰੀਕਨਸਟਰਕਸ਼ਨ, ਸਪਰੈਸ਼ਨ ਆਫ ਕਮੇਟੀ ਐਟਸੈਟਰਾ ਆਫ ਇਨਸ਼ੋਰਡ ਕੋਆਪਰੇਟਿਵ ਬੈਂਕ। ਸੋ ਕਹਿੰਦੇ ਜੇ ਕੋਈ ਕੋਆਪਰੇਟਿਵ ਬੈਂਕ ਹੈ ਇਸ ਐਕਟ ਦੇ ਅੰਦਰ ਬਣਿਆ ਤਾਂ ਉਹਦੇ ਲਈ ਜੇ ਆਪਾਂ ਨੇ ਉਸ ਕੋਆਪਰੇਟਿਵ ਬੈਂਕ ਨੂੰ ਵਾਈਂਡ ਅਪ ਕਰਨਾ, ਉਹਦਾ ਕੰਮ ਹੈ ਜਿਹੜਾ ਉਹਨੂੰ ਖਤਮ ਕਰਨਾ ਹੈ, ਉਹਨੂੰ ਬੰਦ ਕਰਨਾ ਹੈ, ਜਾਂ ਫਿਰ ਉਹਨੂੰ ਰੀਕਨਸਟਰਕਟ ਕਰਨਾ ਹੈ, ਕਿਸੇ ਕਮੇਟੀ ਨੂੰ ਆਪਾਂ ਨੇ ਸਪਰੈਸ ਕਰਨਾ ਹੈ, ਖਤਮ ਕਰਨਾ ਹੈ, ਜਾਂ ਉਹਦੇ ਕੰਮ ਨਾਲ ਆਪਾਂ ਸਹਿਮਤ ਨਹੀਂ ਆ, ਉਹ ਸਾਰੀਆਂ ਚੀਜ਼ਾਂ ਦੇ ਜਿਹੜੇ ਆਰਡਰ ਨੇ ਉਹ ਕੌਣ ਦਊਗਾ, ਕਿਵੇਂ ਦਊਗਾ। ਸੋ ਨੰਬਰ 1 ਤੇ ਹੈ ਆਰਡਰ ਫॉर ਵਾਈਂਡਿੰਗ ਅਪ or an order sanctioning a scheme of compromise of arrangement, amalgamation, reconstruction may be made only with previous sanction in writing to RBI। ਸੋ ਕਹਿੰਦੇ ਇਸ ਐਕਟ ਦੇ ਅੰਦਰ ਜੇ ਕੋਈ ਵੀ ਇਸ ਤਰ੍ਹਾਂ ਦਾ ਆਰਡਰ ਦੇਣਾ ਵੀ ਕੋਈ ਕੋਆਪਰੇਟਿਵ ਬੈਂਕ ਬੰਦ ਹੋ ਜਾਵੇ ਜਾਂ ਰੀਕਨਸਟਰਕਟ ਹੋਵੇ ਜਾਂ ਉਹਦੀ ਕਿਸੇ ਵੀ ਕਮੇਟੀ ਨੂੰ ਲੈ ਕੇ ਕੋਈ ਗੱਲਬਾਤ ਹੋਣੀ ਹੈ, ਤਾਂ ਆਪਾਂ ਨੂੰ ਪਹਿਲਾਂ ਰਿਜ਼ਰਵ ਬੈਂਕ ਆਫ ਇੰਡੀਆ ਜਿਹੜਾ ਟੌਪ ਬੈਂਕ ਹੈ ਇੰਡੀਆ ਦਾ, ਏਪੈਕਸ ਬੈਂਕ ਹੈ, ਉਹਦੀ ਪਰਮਿਸ਼ਨ ਲੈਣੀ ਪਊ।
ਨੈਕਸਟ ਹੈ ਜੇ ਜਿਹੜਾ ਆਰਡਰ ਹੈ ਵਾਈਂਡਿੰਗ ਅਪ ਦਾ ਬੈਂਕ ਦਾ ਉਹ ਰਜਿਸਟਰਾਰ ਆਰਡਰ ਪਾਸ ਕਰ ਰਿਹਾ ਤਾਂ ਉਸ ਰਜਿਸਟਰਾਰ ਨੂੰ ਵੀ ਆਰਬੀਆਈ ਤੋਂ ਪਰਮਿਸ਼ਨ ਲੈਣੀ ਪਊਗੀ। ਉਸ ਤੋਂ ਬਾਅਦ ਜੇ ਆਰਬੀਆਈ ਨੂੰ ਲੱਗਦਾ ਵੀ ਪਬਲਿਕ ਇੰਟਰਸਟ ਦੇ ਵਿੱਚ ਕੋਈ ਵੀ ਡਿਪੋਜ਼ਿਟਰ ਹੈ ਜਾਂ ਕੋਈ ਹੋਰ ਪ੍ਰੋਪਰ ਬੈਂਕ ਦਾ ਜਿਹੜਾ ਕੰਮ ਹੈ ਉਹ ਨਹੀਂ ਹੋ ਰਿਹਾ, ਉਹ ਡੈਟਰੀਮੈਂਟਲ ਹੈ, ਅਗੇਂਸਟ ਆ ਪਬਲਿਕ ਇੰਟਰਸਟ ਦੇ ਕੋਈ ਗਲਤ ਕੰਮ ਹੋ ਰਿਹਾ ਹੈ, ਤਾਂ ਆਰਬੀਆਈ ਕਿਸੇ ਵੀ ਸਮੇਂ ਜਿਹੜੀ ਕਮੇਟੀ ਹੈ ਜਿਹਦੇ ਦੁਆਰਾ ਇਸ ਬੈਂਕ ਦੇ ਅੰਦਰ ਕੰਮ ਗਲਤ ਹੋ ਰਿਹਾ ਤਾਂ ਉਹਨੂੰ ਟਾਈਮ ਟੂ ਟਾਈਮ ਕਹਿ ਸਕਦੀ ਹੈ ਵੀ ਤੁਸੀਂ ਨਵਾਂ ਕੋਈ ਐਡਮਿਨਿਸਟ੍ਰੇਟਰ ਇਸ ਕਮੇਟੀ ਦਾ ਜੋ ਹੈਡ ਹੈ ਉਹ ਅਪਾਇੰਟ ਕਰ ਲਓ, ਜਾਂ ਫਿਰ ਰਜਿਸਟਰਾਰ ਵੀ ਆਰਡਰ ਪਾਸ ਕਰਦਾ ਹੈ ਉਸ ਚੀਜ਼ ਨੂੰ ਲੈ ਕੇ, ਪਰ ਹਰ ਆਰਡਰ ਦੀ ਜਿਹੜੀ ਸੈਂਕਸ਼ਨ ਹੈ ਉਹ ਆਰਬੀਆਈ ਤੋਂ ਹੀ ਲੈਣੀ ਪਊਗੀ। ਇਹ ਆਪਾਂ ਨੇ ਯਾਦ ਰੱਖਣਾ। ਸੋ ਲਾਸਟ ਚੈਪਟਰ ਆਉਂਦਾ ਆਪਣਾ ਬਹੁਤ ਇੰਪੋਰਟੈਂਟ ਆਫੈਂਸਿਸ ਐਂਡ ਪੈਨਲਟੀ ਦਾ। ਸੋ ਇਹਦੇ ਵਿੱਚ ਨੰਬਰ 1 ਚੀਜ਼ ਤੁਸੀਂ ਯਾਦ ਰੱਖਣੀ ਆ ਵੀ ਸੈਕਸ਼ਨ 71 ਦੇ ਵਿੱਚ ਆਫੈਂਸਿਸ ਨੇ ਕੋਈ ਵੀ ਗਲਤੀਆਂ ਜੋ ਇਸ ਕੋਆਪਰੇਟਿਵ ਸੁਸਾਇਟੀ ਐਕਟ ਦੇ ਅੰਦਰ ਕਰਦੇ ਨੇ, ਉਹਦੇ ਮੈਂਬਰ ਕਰਦੇ ਨੇ, ਉਹਨਾਂ ਬਾਰੇ ਕੀ ਸਜ਼ਾ ਹੈ ਉਹ ਦੱਸੀ ਹੋਈ ਹੈ ਸੈਕਸ਼ਨ 71 ਦੇ ਅੰਦਰ। ਤੇ ਸੈਕਸ਼ਨ ਜਿਹੜਾ 72 ਹੈ ਇਹ ਕਹਿੰਦਾ ਵੀ ਕੋਈ ਵੀ ਜਿਹੜਾ ਆਫੈਂਸ ਨੂੰ ਲੈ ਕੇ ਵੀ ਕਿੰਨੀ ਸਜ਼ਾ ਦੇਣੀ ਹੈ। ਜਿਹੜਾ ਕੇਸ ਹੈ ਇਹ ਜੁਡੀਸ਼ੀਅਲ ਮੈਜਿਸਟ੍ਰੇਟ ਫਰਸਟ ਕਲਾਸ ਤੋਂ ਨੀਚੇ ਦੀ ਕੋਰਟ ਵਿੱਚ ਨਹੀਂ ਜਾਊਗਾ। ਸੋ ਇਸ ਆਫੈਂਸ ਦੀ ਜਿਹੜੀ ਕੌਗਨੀਜ਼ੈਂਸ ਹੈ ਮਤਲਬ ਇਹਨੂੰ ਕੌਣ ਲਊਗਾ ਇਸ ਕੇਸ ਨੂੰ ਇਸ ਐਕਟ ਦੇ ਅੰਦਰ ਜੋ ਵੀ ਕੋਈ ਪਨਿਸ਼ਮੈਂਟ ਦੇਣੀ ਹੈ। ਸੋ ਨੋ ਕੋਰਟ ਇਨਫੀਰੀਅਰ ਟੂ ਦੈਟ ਆਫ ਜੇਐਮ ਫਰਸਟ ਕਲਾਸ। ਸੋ ਮਿਨੀਮਮ ਘੱਟੋ ਘੱਟ ਜੁਡੀਸ਼ੀਅਲ ਮੈਜਿਸਟ੍ਰੇਟ ਫਰਸਟ ਕਲਾਸ ਕੋਲ ਇਸ ਐਕਟ ਦਾ ਕੇਸ ਜਾਊਗਾ। ਤੇ ਹੁਣ ਆਪਾਂ ਕੁਝ ਇੰਪੋਰਟੈਂਟ ਆਫੈਂਸਿਸ ਦੇਖ ਲੈਂਦੇ ਹਾਂ। ਸੋ ਜੇ ਕੋਈ ਵੀ ਬੰਦਾ ਜਿਹੜਾ ਕੋਆਪਰੇਟਿਵ ਸੁਸਾਇਟੀ ਦਾ ਮੈਂਬਰ ਹੈ ਤੇ ਉਹ ਇਲੀਗਲੀ ਕੋਈ ਹੋਰ ਕੰਮ ਕਰ ਰਿਹਾ ਹੈ ਤਾਂ ਉਹਨੂੰ ਫਾਈਨ ਲੱਗੂਗਾ 200 ਰੁਪਏ ਤੱਕ ਦਾ, ਜਾਂ ਫਿਰ ਜੇ ਉਹ ਦੁਬਾਰਾ ਤੋਂ ਰਿਪੀਟ ਕਰ ਰਿਹਾ ਆਪਣਾ ਆਫੈਂਸ ਤਾਂ ਉਹਨੂੰ 5 ਰੁਪਏ ਹਰ ਦਿਨ ਜਿਸ ਦਿਨ ਉਹ ਇਹ ਕੰਮ ਗਲਤ ਕਰ ਰਿਹਾ, ਬ੍ਰੀਚ ਕਰ ਰਿਹਾ ਉਸ ਦਿਨ ਦੇ ਹਿਸਾਬ ਦੇ ਨਾਲ 5 ਰੁਪਏ ਦਾ ਫਾਈਨ ਐਡ ਹੋ ਜਾਊਗਾ। ਜੇ ਕੋਈ ਵੀ ਕੋਆਪਰੇਟਿਵ ਸੁਸਾਇਟੀ ਦਾ ਮੈਂਬਰ ਗਲਤ ਇਨਫੋਰਮੇਸ਼ਨ ਦੇ ਰਿਹਾ ਰਜਿਸਟਰਾਰ ਨੂੰ ਜਾਂ ਕਿਸੇ ਵੀ ਹੋਰ ਅਥਾਰਟੀ ਨੂੰ ਤਾਂ ਉਹਨੂੰ 200 ਰੁਪਏ ਤੱਕ ਦਾ ਫਾਈਨ ਲੱਗ ਸਕਦਾ। ਤੇ ਜੇ ਕੋਈ ਇੰਪਲੋਇਰ ਜਿਹੜਾ ਬਿਨਾਂ ਕਿਸੇ ਕਾਰਨ ਤੋਂ ਕੋਆਪਰੇਟਿਵ ਸੁਸਾਇਟੀ ਨੂੰ ਪੈਸੇ ਨਹੀਂ ਦੇ ਰਿਹਾ ਤੇ ਉਹਨੇ ਜਾਂ ਜਾਣਬੁੱਝ ਕੇ ਡਿਡਕਟ ਕਰ ਲਏ ਪੈਸੇ ਤਾਂ ਉਹਨੂੰ ਵੀ ਸਜ਼ਾ ਹੋਊਗੀ 500 ਰੁਪਏ ਤੱਕ ਦੀ। ਸੋ ਨੈਕਸਟ ਕਮਸ ਪੰਜਾਬ ਕੋਆਪਰੇਟਿਵ ਬੈਂਕ ਜਿਹਦੀ ਆਪਾਂ ਐਗਜ਼ਾਮ ਦੀ ਤਿਆਰੀ ਕਰ ਰਹੇ ਹਾਂ। ਸੋ ਇਹ ਜਿਹੜਾ ਬੈਂਕ ਹੈ ਇਹ ਸਭ ਤੋਂ ਪਹਿਲਾਂ ਸ਼ਿਮਲਾ ਦੇ ਵਿੱਚ ਇਸਟੈਬਲਿਸ਼ ਕੀਤਾ ਗਿਆ ਸੀ 31 ਅਗਸਤ 1949 ਵਿੱਚ। ਇੱਕ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਆ ਜੋ ਵੀ ਪੰਜਾਬ ਦੇ ਵਿੱਚ ਇਕੱਠੇ ਹੋ ਕੇ ਲੋਕ ਕੋਆਪਰੇਟਿਵ ਮੂਵਮੈਂਟ ਚਲਾ ਰਹੇ ਨੇ, ਇੱਕ ਦੂਜੇ ਦੀ ਇਕਨੋਮਿਕ ਮਦਦ ਕਰਨਾ ਚਾਹੁੰਦੇ ਨੇ, ਉਹਨਾਂ ਦੇ ਲਈ ਇੱਕ ਪ੍ਰੋਪਰ ਸਟਰਕਚਰਡ ਇੰਸਟੀਚਿਊਟ ਹੈ, ਫਾਈਨੈਂਸਿੰਗ ਇੰਸਟੀਚਿਊਟ ਹੈ ਪੰਜਾਬ ਕੋਆਪਰੇਟਿਵ ਬੈਂਕ। ਤੇ 1951 ਵਿੱਚ ਇਹਦੇ ਹੈੱਡ ਆਫਿਸ ਨੂੰ ਜਲੰਧਰ ਸ਼ਿਫਟ ਕੀਤਾ ਗਿਆ ਤੇ 1963 ਵਿੱਚ ਜਲੰਧਰ ਤੋਂ ਚੰਡੀਗੜ੍ਹ। ਸੋ ਕੁੱਲ ਇਹਦੀਆਂ ਜਿਹੜੀਆਂ ਬ੍ਰਾਂਚਿਸ ਨੇ ਉਹਨੇ 17 ਤੇ ਇੱਕ ਐਕਸਟੈਂਸ਼ਨ ਕਾਊਂਟਰ ਹੈ ਚੰਡੀਗੜ੍ਹ ਵਿੱਚ। ਬਾਕੀ ਜੇ ਆਪਾਂ ਇਹਦੀ ਛੋਟੇ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਗੱਲ ਕਰੀਏ ਤਾਂ ਟੋਟਲ 20 ਡਿਸਟ੍ਰਿਕਟ ਸੈਂਟਰਲ ਕੋਆਪਰੇਟਿਵ ਬੈਂਕ ਨੇ ਤੇ 802 ਦੇ ਕਰੀਬ ਪੂਰੇ ਪੰਜਾਬ ਵਿੱਚ ਸਪੈਸ਼ਲੀ ਰੂਰਲ ਏਰੀਆਜ਼ ਦੇ ਵਿੱਚ ਬ੍ਰਾਂਚਿਸ ਹੈ। ਤੇ ਇੱਕ ਹੋਰ ਇੰਪੋਰਟੈਂਟ ਚੀਜ਼ ਵੀ ਇਸ ਬੈਂਕ ਦਾ ਮੇਨ ਮੋਟੋ ਕੀ ਹੈ, ਵਿਜ਼ਨ ਕੀ ਹੈ। ਸੋ ਇਹਦੀ ਵਿਜ਼ਨ ਹੈ ਟੂ ਬਿਕਮ ਅ ਸਟਰੋਂਗ ਐਂਡ ਵਾਈਬ੍ਰੇਟ ਕੋਆਪਰੇਟਿਵ ਫਾਈਨੈਂਸ਼ੀਅਲ ਇੰਸਟੀਟਿਊਸ਼ਨ। ਇਸ ਲਾਈਨ ਨੂੰ ਤੁਸੀਂ ਐਜ਼ ਇਟ ਇਜ਼ ਯਾਦ ਰੱਖਣਾ। ਸੋ ਨਾਓ we'll look into few important MCQs। ਸੋ ਪਹਿਲਾ ਹੈ ਪ੍ਰਿੰਸੀਪਲ ਫੋਲੋਡ ਇਨ ਕੋਆਪਰੇਟਿਵ ਸੁਸਾਇਟੀ। ਸੋ ਮੈਂ ਤੁਹਾਨੂੰ ਜਦੋਂ ਇਹ ਸੈਕਸ਼ਨ ਪੰਜਾਬ ਕੋਆਪਰੇਟਿਵ ਸੁਸਾਇਟੀ ਐਕਟ ਦੇ ਅੰਦਰ ਵੀ ਕਰਵਾਇਆ ਸੀ ਉਦੋਂ ਵੀ ਸਪੈਸੀਫਿਕਲੀ ਫੋਕਸ ਕੀਤਾ ਸੀ ਵੀ ਇੱਕ ਮੈਂਬਰ ਕੋਲ ਇੱਕ ਵੋਟ ਆ, ਕੋਈ ਵੀ ਪ੍ਰੋਕਸੀ ਕਿਸੇ ਹੋਰ ਦੀ ਵੋਟਿੰਗ ਨਹੀਂ ਕਰ ਸਕਦਾ। ਸੋ ਜਿਹੜਾ ਪ੍ਰਿੰਸੀਪਲ ਫੋਲੋ ਕਰਦੀ ਹੈ ਕੋਆਪਰੇਟਿਵ ਸੁਸਾਇਟੀ ਉਹ ਹੈ ਵਨ ਮੈਨ ਵਨ ਵੋਟ। ਨੈਕਸਟ ਹੈ ਜਿਹੜੀ ਕੋਆਪਰੇਟਿਵ ਬੈਂਕ ਬੈਂਕਿੰਗ ਰੈਗੂਲੇਸ਼ਨ ਐਕਟ 1949 ਦੇ ਅੰਦਰ ਆਉਂਦੇ ਨੇ ਉਹਨਾਂ ਨੂੰ ਕੌਣ ਕੰਟਰੋਲ ਕਰਦਾ। ਸੋ ਉਹਨਾਂ ਨੂੰ ਕੰਟਰੋਲ ਕਰਦਾ ਹੈ ਆਰਬੀਆਈ, ਰਿਜ਼ਰਵ ਬੈਂਕ ਆਫ ਇੰਡੀਆ। ਇਹ ਆਪਾਂ ਨੇ ਸਪੈਸ਼ਲੀ ਗੱਲ ਕੀਤੀ ਹੈ ਜਦੋਂ ਆਪਾਂ ਨੇ ਸੈਕਸ਼ਨ 70A ਦੇਖਿਆ ਵੀ ਤੁਸੀਂ ਕੋਆਪਰੇਟਿਵ ਬੈਂਕ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਵਾਈਂਡਿੰਗ ਅਪ ਕਰਨੀ ਹੈ, ਚੇਂਜ ਕਰਨੀ ਹੈ, ਕਿਸੇ ਕਮੇਟੀ ਦਾ ਤੁਹਾਨੂੰ ਕੰਮ ਨਹੀਂ ਪਸੰਦ ਆ ਰਿਹਾ, ਤੁਸੀਂ ਐਡਮਿਨਿਸਟ੍ਰੇਟਰ ਬਦਲਣਾ, ਹਰ ਚੀਜ਼ ਤੁਸੀਂ ਆਰਬੀਆਈ ਦੀ ਪਰਮਿਸ਼ਨ ਦੇ ਨਾਲ ਹੀ ਕਰੋਗੇ।
ਨੈਕਸਟ ਹੈ ਕੋਆਪਰੇਟਿਵ ਕ੍ਰੈਡਿਟ ਸੁਸਾਇਟੀ ਦੇ ਲਈ ਜਿਹੜਾ ਇੰਟਰਸਟ ਰੇਟ ਹੈ ਡਿਪੋਜ਼ਿਟ ਦਾ ਉਹ ਕੌਣ ਫਿਕਸ ਕਰਦਾ? ਸੋ ਉਹਦੇ ਲਈ ਆਪਣੇ ਕੋਲ ਜਿਹੜੀ ਅਥਾਰਟੀ ਹੈ ਆਫੀਸਰ ਹੈ ਉਹ ਹੈ ਰਜਿਸਟਰਾਰ। ਏਪੈਕਸ ਸੁਸਾਇਟੀ, ਇਹ ਜਦੋਂ ਮੈਂ ਤੁਹਾਨੂੰ ਪਿਰਾਮਿਡ ਕਰਵਾਇਆ ਸੀ ਸਟਰਕਚਰ ਉਹਦੇ ਚ ਆਪਾਂ ਨੇ ਕੀਤਾ ਸੀ ਵੀ ਟੌਪ ਦੇ ਉੱਤੇ ਕੌਣ ਬੈਠਦਾ ਕੋਆਪਰੇਟਿਵ ਸਟਰਕਚਰ ਦੇ ਵਿੱਚ? ਸਟੇਟ ਲੈਵਲ। ਨੈਕਸਟ ਹੈ ਮੈਂਬਰ ਆਫ ਕੋਆਪਰੇਟਿਵ ਸੁਸਾਇਟੀ, ਜਿਹੜੇ ਕੋਆਪਰੇਟਿਵ ਸੁਸਾਇਟੀ ਦੇ ਮੈਂਬਰ ਨੇ ਉਹਨਾਂ ਦੀ ਇੱਕ ਲਿਮਿਟਿਡ ਲਾਇਬਿਲਿਟੀ ਹੈ। ਵਾਈਂਡਿੰਗ ਅਪ ਆਫ ਕੋਆਪਰੇਟਿਵ ਸੁਸਾਇਟੀ, ਸੋ ਜੇ ਕੋਈ ਕੋਆਪਰੇਟਿਵ ਸੁਸਾਇਟੀ ਖਤਮ ਕਰਨੀ ਹੈ, ਉਹਦਾ ਕੰਮ ਖਤਮ ਕਰਨਾ ਹੈ, ਬੰਦ ਕਰਨੀ ਹੈ, ਤਾਂ ਉਹਦੇ ਲਈ ਜਿਹੜਾ ਵਰਡ ਯੂਜ਼ ਕੀਤਾ ਜਾਂਦਾ ਹੈ ਉਹ ਹੈ ਲਿਕੁਇਡੇਸ਼ਨ। ਦੈਨ ਪਹਿਲੀ ਵਾਰੀ ਕੋਆਪਰੇਟਿਵ ਮੂਵਮੈਂਟ ਕਿੱਥੇ ਸ਼ੁਰੂ ਹੋਈ ਸੀ, ਓਰੀਜਿਨੇਟ ਕਿੱਥੇ ਹੋਈ ਸੀ? ਸੋ ਇਹਦੀ ਸ਼ੁਰੂਆਤ ਹੋਈ ਸੀ ਇੰਗਲੈਂਡ ਤੋਂ। ਦੈਨ ਵਨ ਮੈਨ ਵਨ ਵੋਟ ਜਿਹੜਾ ਪ੍ਰਿੰਸੀਪਲ ਹੈ ਕਿਹੜੀ ਕਮੇਟੀ ਨੇ ਰეკਮੈਂਡ ਕੀਤਾ ਸੀ? ਸੋ ਇਹ ਕੀਤਾ ਸੀ ਮੈਕਲੇਗਨ ਕਮੇਟੀ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਐਗਜ਼ਾਮ ਲਈ। ਹੁਣ ਜੇ ਆਪਾਂ ਸੰਵਿਧਾਨ ਦੀ ਗੱਲ ਕਰੀਏ ਕਨਸਟੀਟਿਊਸ਼ਨ ਦੀ, ਤਾਂ ਕਿਹੜੇ ਸ਼ਡਿਊਲ ਵਿੱਚ ਕੋਆਪਰੇਸ਼ਨ ਦੀ ਗੱਲ ਹੋ ਰਹੀ ਹੈ? ਸੋ ਉੱਥੇ ਗੱਲ ਹੋ ਰਹੀ ਹੈ 7th ਸ਼ਡਿਊਲ ਵਿੱਚ। ਤੇ ਜਿਹੜਾ ਕੋਆਪਰੇਟਿਵ ਸਬਜੈਕਟ ਹੈ ਇਹ 7th ਸ਼ਡਿਊਲ ਦੀ ਕਿਹੜੀ ਲਿਸਟ ਵਿੱਚ ਆਉਂਦਾ? ਸੋ ਆਪਾਂ ਨੂੰ ਪਤਾ ਹੈ ਅਲੱਗ-ਅਲੱਗ ਸਟੇਟਸ ਦਾ ਆਪਣਾ ਕੋਆਪਰੇਟਿਵ ਐਕਟ ਹੈ, ਆਪਣੇ ਲਾਅ ਨੇ। ਸੋ ਇਹ ਇੱਕ ਸਟੇਟ ਲਿਸਟ ਦਾ ਹਿੱਸਾ ਹੈ। ਤੇ ਤੁਸੀਂ ਇੱਕ ਹੋਰ ਇੰਪੋਰਟੈਂਟ ਚੀਜ਼ ਯਾਦ ਰੱਖਣੀ ਹੈ ਵੀ ਸਟੇਟ ਲਿਸਟ ਦੇ ਵਿੱਚ ਇਹ ਐਂਟਰੀ ਨੰਬਰ 32 ਵਿੱਚ ਹੈ। ਲੈਂਪਸ, TDCCF, ਬਿਸਕੋਲੈਂਪ, ਟ੍ਰਾਈਫੈਡ, ਇਹ ਕੋਆਪਰੇਟਿਵ ਸੁਸਾਇਟੀਜ਼ ਨੇ ਜਿਹੜੀਆਂ ਪਾਰਟਿਕੂਲਰ ਕਿਸੇ ਇੱਕ ਕਾਸਟ ਕਲਾਸ ਨੂੰ ਲੈ ਕੇ ਕੰਮ ਕਰ ਰਹੀਆਂ ਨੇ, ਉਹਨਾਂ ਦੀ ਅਪਲਿਫਟਮੈਂਟ ਦੇ ਲਈ, ਉਹਨਾਂ ਦੀ ਡਿਵੈਲਪਮੈਂਟ ਦੇ ਲਈ। ਸੋ ਇਹ ਕੰਮ ਕਰ ਰਹੀਆਂ ਨੇ ਸ਼ਡਿਊਲਡ ਟ੍ਰਾਈਬਸ ਦੇ ਲਈ। ਨੈਕਸਟ ਹੈ ਕੋਆਪਰੇਟਿਵ ਸੁਸਾਇਟੀ ਐਕਟ, ਜਿਹੜਾ ਇੰਡੀਆ ਦੇ ਵਿੱਚ ਪ੍ਰੋਪਰ ਇਨੈਕਟ ਕੀਤਾ ਗਿਆ ਸੀ ਉਹ ਸੀ 1912 ਦਾ। ਕੋਆਪਰੇਟਿਵ ਬੈਂਕਸ ਆਰ ਰੈਗੂਲੇਟਡ ਬਾय RBI, ਸੋ ਕਿਹੜੇ ਐਕਟਸ ਦੇ ਅੰਦਰ RBI ਰੈਗੂਲੇਟ ਕਰਦੀ ਹੈ ਕੋਆਪਰੇਟਿਵ ਬੈਂਕਸ ਨੂੰ? ਸੋ ਇਹ ਨੇ ਆਪਸ਼ਨ A ਐਂਡ B, ਬੈਂਕਿੰਗ ਰੈਗੂਲੇਸ਼ਨ ਐਕਟ 1949 ਤੇ ਬੈਂਕਿੰਗ ਲਾਅ ਐਪਲੀਕੇਸ਼ਨ ਟੂ ਕੋਆਪਰੇਟਿਵ ਸੁਸਾਇਟੀ ਐਕਟ 1965। ਦੈਨ ਜਿਹੜੇ ਮੈਟਰੋਪੋਲੀਟਨ ਲੈਵਲ ਦੇ ਉੱਤੇ ਜਿਹੜੀਆਂ ਵੱਡੀਆਂ ਮੈਟਰੋ ਸਿਟੀਜ਼ ਨੇ ਉੱਥੇ ਕੋਆਪਰੇਟਿਵ ਬੈਂਕ ਕੰਮ ਕਰਦੇ ਨੇ, ਉਹਨਾਂ ਦਾ ਲੈਵਲ ਹੈ ਜਿਹੜਾ ਉਹਨੂੰ ਆਪਾਂ ਨੇ ਕੀ ਨਾਮ ਦਿੱਤਾ ਹੋਇਆ? ਸੋ ਉਹ ਨੇ ਪ੍ਰਾਇਮਰੀ ਅਰਬਨ ਕੋਆਪਰੇਟਿਵ ਬੈਂਕ। ਨੈਕਸਟ ਇਜ਼ ਵਿਚ ਵਨ ਆਫ ਦ ਏਪੈਕਸ ਬੋਡੀ ਰੈਗੂਲੇਟ ਕੋਆਪਰੇਟਿਵ ਬੈਂਕ ਇਨ ਇੰਡੀਆ? ਸੋ ਆਪਾਂ ਨੇ ਪਹਿਲਾਂ ਵੀ ਦੇਖਿਆ ਵੀ ਕੋਆਪਰੇਟਿਵ ਬੈਂਕ ਨੂੰ ਕਿਹੜੀ ਟੌਪ ਮੋਸਟ ਬੋਡੀ ਹੈ ਜਿਹੜੀ ਰੈਗੂਲੇਟ ਕਰਦੀ ਹੈ? ਉਹ ਹੈ ਰਿਜ਼ਰਵ ਬੈਂਕ ਆਫ ਇੰਡੀਆ, RBI। Next is all banks registered under the dash are considered cooperative bank. ਸੋ ਇੰਡੀਆ ਦੇ ਵਿੱਚ ਜਿਹੜਾ ਇੱਕ ਪ੍ਰੋਪਰ ਕੋਆਪਰੇਟਿਵ ਸੁਸਾਇਟੀਜ਼ ਨੂੰ ਲੈ ਕੇ ਐਕਟ ਆਇਆ ਸੀ ਜਿਹਦੇ ਅੰਦਰ ਜੋ ਵੀ ਬੈਂਕ ਰਜਿਸਟਰ ਸੀ ਉਹਨੂੰ ਕੋਆਪਰੇਟਿਵ ਬੈਂਕ ਦਾ ਨਾਮ ਦਿੱਤਾ ਗਿਆ ਸੀ। ਸੋ ਇਹ ਹੈ 1912 ਦਾ ਕੋਆਪਰੇਟਿਵ ਸੁਸਾਇਟੀ ਐਕਟ। ਨੈਕਸਟ ਇਜ਼ ਜਿਹੜੀਆਂ ਅਰਬਨ ਕੋਆਪਰੇਟਿਵ ਬੈਂਕ ਨੇ ਉਹਨਾਂ ਨੂੰ ਕੌਣ ਮੈਨੇਜ ਕਰਦਾ? ਉਹਨਾਂ ਨੂੰ ਕਰਦਾ ਹੈ RCS। Which of these are at the lowest rung of rural cooperative banking structure? ਸੋ ਕਹਿੰਦੇ ਜਿਹੜੇ ਪਿੰਡੂ ਇਲਾਕੇ ਨੇ ਉਹਨਾਂ ਦਾ ਬੈਂਕਿੰਗ ਸਟਰਕਚਰ ਆ ਕੋਆਪਰੇਟਿਵ ਬੈਂਕਿੰਗ, ਉਹਨਾਂ ਦੇ ਸਭ ਤੋਂ ਨੀਚੇ ਲੋਐਸਟ ਲੈਵਲ ਤੇ ਕੌਣ ਆਉਂਦਾ? ਸੋ ਉੱਥੇ ਆਉਂਦੀਆਂ ਨੇ ਪ੍ਰਾਇਮਰੀ ਐਗਰੀਕਲਚਰ ਕ੍ਰੈਡਿਟ ਸੁਸਾਇਟੀ। ਨੈਕਸਟ ਹੈ ਪਹਿਲਾ ਲਾਅ ਬ੍ਰਿਟਿਸ਼ ਇੰਡੀਆ ਗਵਰਨਮੈਂਟ ਦੇ ਅੰਦਰ ਕੋਆਪਰੇਟਿਵ ਸੁਸਾਇਟੀਜ਼ ਦੇ ਕੰਮ ਨੂੰ ਲੈ ਕੇ ਜਿਹੜਾ ਤਿਆਰ ਕੀਤਾ ਗਿਆ ਸੀ ਉਹ ਸੀ 1904 ਦਾ। ਆਪਾਂ ਨੇ ਪੜ੍ਹਿਆ ਆਪਣੇ ਬਿਲਕੁਲ ਇੰਟਰੋਡਕਟਰੀ ਲੈਕਚਰ ਦੇ ਵਿੱਚ ਕਿ ਜਿਹੜੇ ਕ੍ਰੈਡਿਟ ਕੋਆਪਰੇਟਿਵ ਸੁਸਾਇਟੀ ਸੀ ਉਹ ਤਿਆਰ ਕੀਤੀਆਂ ਗਈਆਂ ਸੀ 1904 ਵਿੱਚ। ਸੋ ਕੋਆਪਰੇਟਿਵ ਸੁਸਾਇਟੀ 1904 ਦੇ ਅੰਦਰ ਪਹਿਲੀ ਸੁਸਾਇਟੀ ਕਿੱਥੇ ਰਜਿਸਟਰ ਹੋਈ ਸੀ ਇੰਡੀਆ 'ਚ? ਸੋ ਇਹ ਹੋਈ ਸੀ ਕਾਂਜੀਪੁਰਮ ਵਿਖੇ। ਨੈਕਸਟ ਹੈ ਜਿਹੜੇ ਡਿਸਟ੍ਰਿਕਟ ਕੋਆਪਰੇਟਿਵ ਬੈਂਕ ਨੇ ਉਹਨਾਂ ਨੂੰ ਰੈਗੂਲੇਟ ਕੌਣ ਕਰਦਾ? ਸੋ ਉਹਨਾਂ ਨੂੰ ਵੀ RBI ਹੀ ਰੈਗੂਲੇਟ ਕਰਦਾ ਹੈ। ਸੋ ਜੋ ਵੀ ਕੋਆਪਰੇਟਿਵ ਸੁਸਾਇਟੀ ਦਾ ਮੈਂਬਰ ਬਣਦਾ ਉਹਨੂੰ ਇੱਕ ਇੰਪੋਰਟੈਂਟ ਡਾਕੂਮੈਂਟ ਦਿੱਤਾ ਜਾਂਦਾ। ਸੋ ਉਹ ਡਾਕੂਮੈਂਟ ਦਾ ਨਾਮ ਹੈ ਆਈਡੈਂਟੀਟੀ ਕਾਰਡ। ਸੋ ਕਹਿੰਦੇ ਕਿਹੜਾ ਇਹੋ ਜਿਹਾ ਪ੍ਰਿੰਸੀਪਲ ਹੈ ਜਿਹਦੇ ਥਰੂ ਆਪਾਂ ਸੈਲਫ ਹੈਲਪ ਥਰੂ ਮਿਊਚੁਅਲ ਹੈਲਪ ਦੀ ਗੱਲ ਕਰਦੇ ਆ, ਅਬੋਲਿਸ਼ਨ ਆਫ ਪ੍ਰੋਫਿਟ ਦੀ। ਇਹ ਆਪਾਂ ਨੇ ਬਿਲਕੁਲ ਸਟਾਰਟਿੰਗ ਵਿੱਚ ਹੀ ਕੀਤਾ ਸੀ ਵੀ ਕੋਆਪਰੇਸ਼ਨ ਕੋਆਪਰੇਟਿਵ ਸੁਸਾਇਟੀ ਹੈ ਉਹ ਕੁਝ ਪ੍ਰਿੰਸੀਪਲਸ ਦੇ ਉੱਤੇ ਆਧਾਰਿਤ ਹੈ। ਉਹ ਇਹ ਸਾਰੇ ਪ੍ਰਿੰਸੀਪਲਸ ਆਪਾਂ ਨੇ ਦੇਖੇ ਸੀ। ਸੋ ਇਹਦਾ ਆਨਸਰ ਹੈ ਕੋਆਪਰੇਸ਼ਨ। ਨੈਕਸਟ ਹੈ DCCB, ਇਹਦੀ ਫੁੱਲ ਫਾਰਮ ਕੀ ਹੈ? ਸੋ ਇਹਦੀ ਫੁੱਲ ਫਾਰਮ ਹੈ ਡਿਸਟ੍ਰਿਕਟ ਸੈਂਟਰਲ ਕੋਆਪਰੇਟਿਵ ਬੈਂਕ।
ਨੈਕਸਟ ਹੈ ਇੰਟਰਸਟ ਰੇਟ ਆਫ ਡਿਪੋਜ਼ਿਟ ਆਫ ਕੋਆਪਰੇਟਿਵ ਕ੍ਰੈਡਿਟ ਸੁਸਾਇਟੀ। ਇਹ ਕੁਐਸਚਨ ਰਿਪੀਟ ਹੋ ਰਿਹਾ, ਇਹ ਆਪਾਂ ਨੇ ਪਹਿਲਾਂ ਵੀ ਦੇਖਿਆ ਵੀ ਜਿਹੜੀ ਕੋਆਪਰੇਟਿਵ ਕ੍ਰੈਡਿਟ ਸੁਸਾਇਟੀਜ਼ ਨੇ ਇਹਨਾਂ ਦਾ ਇੰਟਰਸਟ ਰੇਟ ਹੈ ਕਿਸੇ ਵੀ ਡਿਪੋਜ਼ਿਟ ਦਾ ਉਹਨੂੰ ਜਿਹੜਾ ਫਿਕਸ ਕਰਦਾ ਉਹਦੇ ਲਈ ਅਥਾਰਟੀ ਹੈ ਰਜਿਸਟਰਾਰ। ਰੂਲਸ ਐਂਡ ਰੈਗੂਲੇਸ਼ਨ ਆਫ ਕੋਆਪਰੇਟਿਵ ਸੁਸਾਇਟੀ। ਸੋ ਕੋਆਪਰੇਟਿਵ ਸੁਸਾਇਟੀ ਦੇ ਰੂਲਸ ਕਿੱਥੇ ਨੇ, ਕਿਵੇਂ ਉਹ ਚੱਲਣਗੀਆਂ, ਉਹਦੇ ਲਈ ਆਪਣੇ ਕੋਲ ਕੋਆਪਰੇਟਿਵ ਐਕਟਸ ਹੈ। ਨੈਕਸਟ ਹੈ ਪੰਜਾਬ ਸਟੇਟ ਕੋਆਪਰੇਟਿਵ ਸੁਸਾਇਟੀ ਐਕਟ 1961 ਦੇ ਵਿੱਚ ਕਿਹੜਾ ਇੱਕ ਨਵਾਂ ਸੈਕਸ਼ਨ ਐਡ ਕੀਤਾ ਜਿਹਦੇ ਵਿੱਚ ਕੋਆਪਰੇਟਿਵ ਬੈਂਕ ਦੀ ਗੱਲ ਹੋ ਰਹੀ ਹੈ। ਸੋ ਇਹ ਹੈ ਸੈਕਸ਼ਨ 70A। ਨੈਕਸਟ ਇਸ ਪੰਜਾਬ ਸਟੇਟ ਕੋਆਪਰੇਟਿਵ ਸੁਸਾਇਟੀ ਐਕਟ 1961। ਇਹਦੇ ਅੰਦਰ ਆਪਾਂ ਅਪੀਲ ਕਿਹੜੇ ਸੈਕਸ਼ਨ 'ਚ ਫਾਈਲ ਕਰ ਸਕਦੇ ਹਾਂ। ਸੋ ਅਪੀਲ ਦੇ ਲਈ ਆਪਣੇ ਕੋਲ ਹੈ ਸੈਕਸ਼ਨ 68। ਲਾਸਟ ਕੁਐਸਚਨ ਹੈ ਪੰਜਾਬ ਕੋਆਪਰੇਟਿਵ ਬੈਂਕ ਦੇ ਪ੍ਰੈਜ਼ੈਂਟ ਹੈਡ ਆਫਿਸ ਕਿੱਥੇ ਹੈ। ਸੋ ਇਹ ਹੈ ਚੰਡੀਗੜ੍ਹ ਵਿੱਚ। So this was all about our important lecture for the upcoming cooperative bank exam. I hope you liked the video. Keep supporting Victor's Knowledge. Do subscribe to my channel. Thank you and good luck.